संत हमारी पूर्ण सताणी। संत हमारा कहना हम संतन सो बनाई। हम संतन स्यो बण आई पूर्व लिखिया पाई। देखो मन तेरा भाई संतन स्यो मेरी देवा देवी। संतन स्यो मेरी देवा देवी संतन स्यो मेरो धारा। संतन स्यो हम लहा खाटिया। हर भगत परे भंडारा संतन मोका पूजी सौंपी। संतन मोका पूजी सौंपी। ताऊ उतरिया मन का गुना। राहे अब कहा कर दो। जो भाग्यो सगलो लिखा। महा आनंद भय सुख पाया संतन कै प्रसादे। कहो नानक हर सो मन मानिया। कहो नानक हर सो मन मानिया। अंदर तेज समाधे। सतनाम सतनाम सतनाम। जी सतनाम 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 जी। वाहे गुरु वाहे गुरु जी। सतनाम 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 जी। वाहे गुरु वाहे गुरु जी। सतनाम सतनाम जी। वाहे गुरु जी। सतनाम 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 जी। वाहे गुरु वाहे गुरु जी। सतनाम 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 जी। वाहे गुरु जी। कबीर सेवा कौ दोए पाले। एक संत एक राम। राम जो दाता मुक्त का। संत जपावै नाम। बंदना हर बंदना गुण गावहो गोपाल राय। ਵੱਡਾ ਭਾਗ ਭੇਟੇ ਗੁਰਦੇਵਾ।
ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ। ਸੋਗ ਅਗਨ ਤਿਸ ਜਨ ਨਾ ਬਿਆਪੈ। ਸਾਗਰ ਤਰਿਆ ਸਾਧੂ ਸੰਗੇ। ਸਾਗਰ ਤਰਿਆ ਸਾਧੂ ਸੰਗੇ। ਨਿਰਭਉ ਨਾਮ ਜਪੋ ਹਰ ਰੰਗੇ। ਆਈ ਐ ਜਾਦ ਰੰਗ ਲੈ ਸਜਣ ਦੀ। ਆਈ ਜਾਦ ਰੰਗ ਲੈ ਸਜਣ ਦੀ। ਆਈ ਐ ਜਾਦ ਰੰਗ ਲੈ ਸਜਣ ਦੀ। ਆਈ ਐ ਆਈ ਐ ਜੀ ਜਾਦ ਰੰਗ ਲੈ ਸਜਣ ਦੀ। ਆਈ ਐ ਜਾਦ ਰੰਗ ਲੈ ਸਜਣ ਦੀ। ਆਈ ਐ ਜਾਦ ਰੰਗ ਲੈ ਸਜਣ ਦੀ। ਆਈ ਐ ਜਾਦ ਰੰਗ ਲੈ ਸਜਣ। ਜਾਦ ਰੰਗ ਲੈ ਸਜਣ ਦੀ। ਰੰਗ ਲੈ ਸਜਣ ਦੀ। ਸਜਣ ਦੀ। ਰੰਗ ਲੈ ਸਜਣ ਦੀ। ਰੰਗ ਲੈ ਸਜਣ ਦੀ। ਰੰਗ ਲੈ ਸਜਣ ਦੀ। ਹਾਂ ਰੰਗ ਲੈ ਸਜਣ ਦੀ। ਰੰਗ ਲੈ ਸਜਣ ਦੀ। ਰੰਗ ਲੈ ਰੰਗ ਲੈ ਸਜਣ ਦੀ। 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 ਰੰਗ ਲੈ ਸਜਣ। ਰੰਗ ਲੈ ਸਜਣ। ਰੰਗ ਲੈ ਸਜਣ ਦੀ। 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 ਰੰਗ ਲੈ ਸਜਣ। ਜਨਾਦ ਸੰਦੜਿਆ। ਜਨਾਦ ਸੰਦੜਿਆ ਦੁਰਮਤ ਵੰਜੈ। ਮਿੱਤਰ ਅਸਾਡੜੇ ਸਈ। ਹਾਂ ਟੁੰਡੇਂਦੀ ਜਗ ਸਬਾਇਆ। ਹਾਂ ਟੁੰਡੇਂਦੀ ਜਗ ਸਬਾਇਆ। ਜਨ ਨਾਨਕ ਬਿਰਲੇ ਕਈ। ਨਾਨਕ ਕਚੜਿਆ ਸਿਉ ਤੋੜ। ਨਾਨਕ ਕਚੜਿਆ ਸਿਉ ਤੋੜ।
ਢੂੰਡ ਸੱਜਣ ਤੂੰ ਤਾਂ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਤੂੰ ਤਾਂ ਢੂੰਡ ਲੈ ਸੱਜਣ ਸੰਤ ਪੱਕਿਆ ਛੱਡ ਦੇ ਛੱਡ ਦੇ ਢੂੰਡ ਲੈ ਸੱਜਣ ਸੰਗ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਤੂੰ ਤਾਂ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਤੂੰ ਤਾਂ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਬੀਬੀਆਂ ਬੋਲੋ ਗੱਜ ਕੇ ਕੱਚਿਆਂ ਦਾ ਜੀ ਸੰਗ ਛੱਡ ਦੇ ਕੱਚਿਆਂ ਦਾ ਜੀ ਸੰਗ ਛੱਡ ਦੇ ਉਹ ਕੱਚਿਆਂ ਦਾ ਜੀ ਸੰਗ ਛੱਡ ਦੇ 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 ਦਾ ਜੀ ਸੰਗ ਛੱਡ ਦੇ ਕੱਚਿਆਂ ਦਾ ਜੀ ਸੰਗ ਛੱਡ ਦੇ ਉਹ ਕੱਚਿਆਂ ਦਾ ਜੀ ਸੰਗ ਛੱਡ ਦੇ 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 ਤੂੰ ਤਾਂ ਢੂੰਡ ਲੈ ਸੱਜਣ ਸੰਤ ਪੱਕਿਆ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਤੂੰ ਤਾਂ ਢੂੰਡ ਲੈ ਸੱਜਣ ਸੰਤ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਲੈ ਸੱਜਣ ਸੰਗ ਪੱਕਿਆ ਕੱਚਿਆਂ ਦਾ ਸੰਗ ਛੱਡ ਦੇ ਢੂੰਡ ਲੈ ਸੱਜਣ ਸੰਤ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਉਹ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ ਉਹ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ 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 ਦੁਨੀਆ ਛੱਡੇ ਜਿਉਂਦਿਆਂ ਨੂੰ ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ
ਦੁਨੀਆ ਛੱਡੇ ਜਿਉਂਦਿਆਂ ਨੂੰ, ਸਾਧੂਆਂ ਦਾ ਵੀ ਸਾਥ ਨਿਭਾਉਂਦੇ ਨੇ। ਬਈ ਦੁਨੀਆ ਛੱਡੇ ਸਾਧੂਆਂ ਸਾਧੂਆਂ ਦਾ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ ਨੂੰ। ਬੋਲੋ ਸਾਰੀਆਂ ਬੀਬੀਆਂ ਭਾਈ, ਇਕਾਗਰਤਾ ਬਣ ਜੇ, ਬੋਲੋ ਸਾਰੇ। ਪਿਆਰੇ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ, ਪਿਆਰੇ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ। ਹਾਏ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ, ਹਾਏ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ। ਪਿਆਰੇ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ, ਜੀ ਦੁਨੀਆ ਛੱਡੇ ਜਿਉਂਦਿਆਂ ਨੂੰ। ਸਤਿਗੁਰ ਕਹਿੰਦੇ ਦੁਨੀਆ ਛੱਡੇ ਜਿਉਂਦਿਆਂ ਨੂੰ, ਸਤਿਗੁਰ ਕਹਿੰਦੇ ਜੀ ਦੁਨੀਆ ਛੱਡੇ ਜਿਉਂਦਿਆਂ ਨੂੰ। ਸਤਿਗੁਰ ਕਹਿੰਦੇ ਦੁਨੀਆ ਛੱਡੇ ਜਿਉਂਦਿਆਂ ਨੂੰ, ਸਤਿਗੁਰ ਕਹਿੰਦੇ ਦੁਨੀਆ ਛੱਡੇ ਜਿਉਂਦਿਆਂ ਨੂੰ। ਕਹਿੰਦੇ ਦੁਨੀਆ ਛੱਡੇ ਜਿਉਂਦਿਆਂ ਨੂੰ, ਸਤਿਗੁਰ ਕਹਿੰਦੇ ਦੁਨੀਆ ਛੱਡੇ ਜਿਉਂਦਿਆਂ ਨੂੰ। ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ ਨੂੰ। ਸਾਧੂ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ। ਦੁਨੀਆ ਛੱਡੇ ਜਿਉਂਦਿਆਂ ਨੂੰ, ਜੋ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ। ਜਿਉਂਦਿਆਂ ਨੂੰ ਸਤ ਮੋਇਆਂ ਦਾ ਵੀ ਸਾਥ ਨਿਭਾਉਂਦੇ ਨੇ, ਦੁਨੀਆ ਛੱਡੇ ਜਿਉਂਦਿਆਂ। ਨਾਨਕ ਕਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜੇ, ਓਏ ਮੋਇਆ ਨਾ ਜਾਹੀ। ਪਰਮ ਸਤਿਕਾਰਯੋਗ ਚਬਰਾਂ ਛਤਰਾਂ ਤਖਤਾਂ ਦੇ ਮਾਲਕ, ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਅੱਜ ਦੂਸਰੀ ਰਾਤਰੀ ਦੇ ਦੀਵਾਨ ਦੇ ਵਿੱਚ ਬ੍ਰਹਮ ਗਿਆਨੀ ਮਹਾਪੁਰਖ ਰਾਜੇ ਜੋਗੀ ਮਹਾਨ ਤਪਸਵੀ ਕਹਿਣੀ ਕਥਨੀ ਦੇ ਪੂਰੇ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਦੀ ਮਿੱਠੀ ਯਾਦ ਵਿੱਚ ਚੱਲ ਰਹੇ ਸਮਾਗਮ ਵਿੱਚ ਹਾਜ਼ਰੀਆਂ ਲਵਾ ਰਹੇ ਆਪ ਸਭ ਮਾਈ ਭਾਈ, ਜਿਤਨੇ ਵੀ ਆਪਣੇ ਘਰਾਂ ਦਿਆਂ ਕੰਮਾਂ ਨੂੰ ਸੰਕੋਚ ਕੇ, ਧੰਦੇ ਧੰਦਾਰਾਂ ਨੂੰ ਸੰਕੋਚ ਕੇ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਸਾਰੇ ਵੱਡੇ ਭਾਗਾਂ ਵਾਲੇ ਹੋ, ਉੱਤਮ ਕਰਮਾਂ ਵਾਲੇ ਹੋ। ਲੰਮੇ ਸਮੇਂ ਤੋਂ ਗੁਰਬਾਣੀ ਦੇ ਕੀਰਤਨ ਦਾ, ਗੁਰਮਤਿ ਦੀਆਂ ਵਿਚਾਰਾਂ ਦਾ ਆਪ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਤੇ ਰਹਿੰਦਾ ਸਮਾਂ ਇਸੇ ਤਰ੍ਹਾਂ ਗੁਰੂ ਚਰਨਾਂ ਵਿੱਚ ਬੈਠ ਕੇ ਕਲਯੁਗ ਦੀ ਮਹਾਨ ਭਗਤੀ, ਕੀਰਤਨ ਭਗਤੀ, ਇਹਦੇ ਵਿੱਚ ਜੁੜ ਕੇ ਆਪਣਾ ਸਮਾਂ ਸਫਲਾ ਕਰੀਏ। ਗੁਰਬਾਣੀ ਦੇ ਵਚਨ, ਨਾਨਕ ਕਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ।
ਇਹ ਦੁਨੀਆ ਦੇ ਵਿੱਚ ਹਰੇਕ ਦੇ ਸੱਜਣ ਮਿੱਤਰ ਦੋਸਤ ਬਹੁਤੇ ਆ। ਘਰ ਪਰਿਵਾਰ ਕਰਕੇ ਪ੍ਰੇਮ ਜਿਹਦੇ ਨਾਲ ਕਰਦੇ ਆ ਉਹਨੂੰ ਸੱਜਣ ਆਖੀਦਾ ਹੈ। ਤੇ ਪ੍ਰੇਮ ਭਾਵੇਂ ਮਾਤਾ ਪਿਤਾ ਨਾਲ ਹੋਵੇ, ਭਾਵੇਂ ਧੀਆਂ ਪੁੱਤਰਾਂ ਨਾਲ ਹੋਵੇ, ਭੈਣ ਭਰਾਵਾਂ ਨਾਲ ਹੋਵੇ, ਦੋਸਤਾਂ ਮਿੱਤਰਾਂ ਨਾਲ ਹੋਵੇ, ਤੇ ਜਿਹਦੇ ਨਾਲ ਪਿਆਰ ਹੈ ਉਹਨੂੰ ਸੱਜਣ ਆਖੀਦਾ ਹੈ। ਗੁਰੂ ਦੇ ਪਿਆਰਿਆਂ ਦਾ ਪ੍ਰੇਮ ਹੈ ਗੁਰੂ ਨਾਲ, ਮਹਾਂਪੁਰਖਾਂ ਨਾਲ। ਤੋ ਗੁਰੂ ਦੇ ਪਿਆਰ ਵਿੱਚ ਗੁਰੂ ਦੇ ਪਿਆਰੇ ਸਿੱਖ ਪੜ੍ਹਦੇ ਆ, ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂਦਾ, ਬੋਲਿਆ ਕਰੋ ਸਾਰੇ। ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹੋ। ਗੁਰੂ ਸਾਡਾ ਸੱਜਣ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਜਣ ਨੇ, ਮਿੱਤਰ ਨੇ ਅਸਲੀ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਈ। ਜਿਨ੍ਹਾਂ ਦੇ ਮਿਲਣ ਕਰਕੇ ਖੋਟੀ ਮੱਤ ਦਾ ਨਾਸ ਹੋ ਜਾਵੇ, ਭੈੜੀ ਮੱਤ। ਖੋਟੀ ਮੱਤ ਪਤਾ ਕਿਹਨੂੰ ਕਹਿੰਦੇ ਆ? ਖੋਟੀ ਮੱਤ ਜਿਹੜੀ ਸਾਨੂੰ ਗੁਰੂ ਚਰਨਾਂ ਵਿੱਚ ਨਾ ਆਉਣ ਦਵੇ। ਕੱਲ ਵੀ ਜ਼ਿਕਰ ਕੀਤਾ ਸੀ ਨਾ ਨਾਸਤਿਕ ਪੁਰਖ ਦਾ, ਕਿ ਨਾਸਤਿਕ ਕੌਣ ਹੈ? ਖੋਟੀ ਮੱਤ ਵਾਲਾ ਮਨਮੁਖ। ਤੇ ਮਨਮੁਖ ਬੰਦੇ ਦਾ ਸੁਭਾਅ ਏ, ਉਹਨੂੰ ਗੁਰੂ ਦੀ ਕਥਾ, ਗੁਰੂ ਦੀ ਬਾਣੀ ਚੰਗੀ ਨਹੀਂ ਲੱਗਦੀ, ਉਹਨੂੰ ਵਿਸ਼ੇ ਵਿਕਾਰ ਚੰਗੇ ਲੱਗਦੇ ਐ। ਜਿਸ ਤਰ੍ਹਾਂ ਸ਼ਰਾਬੀ ਨੂੰ ਸ਼ਰਾਬ ਪਿਆਰੀ, ਜੂਆ ਖੇਡਣ ਵਾਲੇ ਨੂੰ ਜੂਆਬਾਜੀ ਪਿਆਰੀ ਹੈ, ਨਸ਼ੇੜੀ ਨੂੰ ਨਸ਼ਾ ਪਿਆਰਾ ਹੈ, ਪਾਪੀ ਨੂੰ ਪਾਪ ਪਿਆਰਾ ਹੈ। ਭਾਵ ਕਿ ਮਾੜੇ ਕੰਮ ਕਰੇਗਾ ਰੱਜ ਕੇ। ਜੇ ਚੰਗਾ ਕੰਮ ਕਰਨਾ ਹੋਵੇ, ਚੰਗਾ ਕੰਮ ਗੁਰੂ ਦੀ ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਕਥਾ ਕੀਰਤਨ ਵਿੱਚ ਹਾਜ਼ਰੀ ਲਵਾਉਣੀ, ਇਹ ਚੰਗਾ ਕੰਮ ਹੈ। ਕਿਸੇ ਦੁਖੀ ਦੀ, ਗਰੀਬ ਦੀ ਮਦਦ ਕਰ ਦੇਣੀ, ਇਹ ਚੰਗਾ ਕੰਮ ਹੈ। ਜਿਹੜਾ ਚੰਗੇ ਕੰਮ ਨਾ ਕਰੇ ਉਹਨੂੰ ਕਹਿੰਦੇ ਨੇ ਖੋਟੀ ਮੱਤ ਵਾਲਾ, ਜਿਹੜਾ ਆਪਣੇ ਮਨ ਪਿੱਛੇ ਤੁਰਿਆ ਫਿਰਦਾ ਹੈ। ਮਨ ਜਿੱਧਰ ਨੂੰ ਆਖੇ ਉਧਰ ਨੂੰ ਤੁਰ ਜਾਂਦਾ ਹੈ। ਤੇ ਮਨਮੁਖ ਬਿਰਤੀ ਦਾ ਬੰਦਾ ਗੁਰੂ ਦੇ ਚਰਨਾਂ ਵਿੱਚ ਬਹਿ ਨਹੀਂ ਸਕਦਾ। ਕਿਉਂ? ਮਹਾਰਾਜ ਗੁਰਬਾਣੀ ਵਿੱਚ ਬਚਨ ਕਰਦੇ ਨੇ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਜਿਨ੍ਹਾਂ ਦੇ ਚਿੱਤ ਮਨ ਕਠੋਰ ਨੇ, ਜਿਨ੍ਹਾਂ ਦੀ ਮੱਤ ਖੋਟੀ ਹੈ, ਉਹ ਗੁਰੂ ਕੋਲੇ ਨਹੀਂ ਬਹਿ ਸਕਦੇ। ਉੱਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਕਿਉਂ? ਗੁਰੂ ਦੇ ਕੋਲੇ ਸੱਚ ਦਾ ਪ੍ਰਚਾਰ ਹੈ, ਸੱਚ ਦੀ ਕਥਾ ਹੈ, ਗੁਰਬਾਣੀ ਦੀ ਕਥਾ ਸੱਚ ਹੈ। ਮਹਾਂਪੁਰਖਾਂ ਦਾ ਜੀਵਨ ਸਿੱਖਿਆ ਦੇਣ ਵਾਲਾ ਹੈ। ਇੱਥੇ ਸੱਚ ਦੀ ਵਿਚਾਰ ਹੋਏਗੀ ਤੇ ਸੱਚ ਦੀ ਵਿਚਾਰ ਸੁਣਨ ਵਾਲੇ ਸਰੋਤੇ ਬਹੁਤ ਥੋੜੇ ਹੁੰਦੇ ਆ। ਤੇ ਲੱਗਿਆ ਹੋਵੇ ਕਿਤੇ ਗਾਉਣ ਵਾਲਾ, ਕਿਤੇ ਰੰਗ ਨਾਚ ਹੁੰਦਾ ਹੋਵੇ, ਉੱਥੇ ਦੇਖੋ ਕਿੰਨਾ ਇਕੱਠ ਹੁੰਦਾ ਹੈ। ਮੇਲੇ ਲੱਗੇ ਹੋਣ, ਮੇਲਿਆਂ ਵਿੱਚ ਬਹੁਤਾ ਇਕੱਠ ਹੋ ਜਾਂਦਾ ਹੈ। ਜੇ ਸੰਗਤ ਦੀਵਾਨ ਲੱਗਿਆ ਹੋਵੇ, ਦੀਵਾਨ ਵਿੱਚ ਇਕੱਠ ਘੱਟ ਹੁੰਦਾ ਹੈ। ਇੱਥੋਂ ਮਨਮੁਖ ਬੰਦੇ ਦਾ ਤੇ ਗੁਰਮੁਖ ਦਾ ਪਤਾ ਲੱਗਦਾ ਵੀ ਗੁਰਮੁਖ ਗੁਰੂ ਵਾਲੇ ਪਾਸੇ ਆਉਣ ਵਾਲੇ ਕਿੰਨੇ ਕਾ ਤੇ ਮਨਮੁਖ ਮਾੜੇ ਪਾਸੇ ਜਾਣ ਵਾਲੇ ਕਿੰਨੇ ਕਾ, ਇੱਥੋਂ ਪਤਾ ਲੱਗਦਾ ਹੈ। ਪਰ ਜੇ ਕਿਤੇ ਗੁਰੂ ਦੇ ਪਿਆਰੇ ਮਹਾਂਪੁਰਖ ਦਾ ਮਿਲਾਪ ਹੋ ਜਾਵੇ, ਜਿਹਨੂੰ ਦੇਖਣ ਸਾਰ, ਜਿਹਦੇ ਦਰਸ਼ਨ ਕਰਕੇ ਖੋਟੀ ਮੱਤ ਦੂਰ ਹੋ ਜੇ,
ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ। ਉਹ ਸਾਡੇ ਸੱਜਣ ਨੇ, ਮਿੱਤਰ ਨੇ। ਹਾਉ ਟੁੰਡੇਂਦੀ ਜੱਗ ਸਬਾਇਆ, ਲੱਭਦੇ ਲੱਭਦੇ ਕਹਿੰਦੇ ਭਾਈ ਸਾਰਾ ਜੱਗ ਲੱਭ ਲਿਆ। ਹੁਣ ਸੰਸਾਰ ਇਹ ਜੱਗ ਹੈ ਬਹੁਤ ਵੱਡਾ, ਦੁਨੀਆ ਬਹੁਤੀ ਵੱਡੀ ਹੈ, ਕੋਈ ਅੰਦਾਜ਼ਾ ਨਹੀਂ, ਕੋਈ ਅੰਤ ਨਹੀਂ ਹੈ, ਪਰੇ ਤੋਂ ਪਰੇ ਹੈ ਦੁਨੀਆ। ਪਰ ਇਹ ਦੁਨੀਆ ਦੇ ਵਿੱਚ ਨਾਮ ਜਪਣ ਵਾਲੇ ਗੁਰੂ ਦੇ ਪਿਆਰੇ ਗੁਰਸਿੱਖ ਕਿੰਨੇ ਕਾ, ਇਹ ਤਾਂ ਲੱਭਣਾ ਪਊਗਾ ਨਾ। ਕਿਸੇ ਨੂੰ ਦੁੱਖ ਲੱਗ ਗਿਆ, ਬਿਮਾਰੀ ਲੱਗ ਗਈ, ਬੰਦਾ ਡਾਕਟਰ ਲੱਭਦਾ ਫਿਰਦਾ ਹੈ। ਹੁਣ ਡਾਕਟਰ ਤਾਂ ਪਿੰਡ ਮਹੱਲੇ ਵਿੱਚ ਬਹੁਤੇ ਹੁੰਦੇ ਐ, ਕਈ ਵਾਰ ਆਰਾਮ ਨਹੀਂ ਆਉਂਦਾ, ਬੰਦਾ ਚੰਗੇ ਡਾਕਟਰ ਲੱਭਦਾ ਹੈ। ਫਿਰ ਆਪਾਂ ਜਾਂਦੇ ਹਾਂ ਸ਼ਹਿਰ ਨੂੰ, ਲੁਧਿਆਣੇ, ਥਾਂ ਥਾਂ ਤੇ ਬੋਰਡ ਲੱਗੇ ਐ, ਡਾਕਟਰ ਦਾ ਨਾਮ ਲਿਖਿਆ, ਨਾਲ ਉਹਦੀਆਂ ਲਿਖੀਆਂ ਨੇ ਡਿਗਰੀਆਂ, ਕੋਈ MD ਹੈ, ਕੋਈ MBBS ਆ, ਕੋਈ ਫਲਾਣਾ ਹੈ। ਤੇ ਬੰਦਾ ਦੇਖਦਾ ਵੀ ਬਹੁਤੀਆਂ ਡਿਗਰੀਆਂ ਦਾ ਮਾਲਕ ਹੈ, ਵੱਡੇ ਹਸਪਤਾਲ ਦਾ ਡਾਕਟਰ ਹੈ, ਇਹਦੇ ਕੋਲੇ ਚੱਲਦਿਆਂ ਇਲਾਜ ਕਰਾਉਣ ਵਾਸਤੇ। ਪਰ ਉੱਥੇ ਵੀ ਗੇੜੇ ਕੱਢ ਕੇ ਮੁੜ ਆਉਂਦਾ ਵੀ ਆਰਾਮ ਨਹੀਂ ਆਇਆ, ਦਵਾਈਆਂ ਬਹੁਤੀਆਂ ਖਾ ਲੀਆਂ, ਬਹੁਤੇ ਇਲਾਜ ਕਰਾ ਲਏ, ਫਰਕ ਨਹੀਂ ਪਿਆ। ਫਿਰ ਇੱਥੇ ਬਸ ਥੋੜਾ ਹੁੰਦੀ ਹੈ। ਜੇ ਮਾੜੇ ਧੀੜੇ ਡਾਕਟਰ ਨੇ ਜਵਾਬ ਦੇਤਾ, ਮਾੜੇ ਮੋਟੇ ਹਸਪਤਾਲ ਨੇ ਜਵਾਬ ਦੇਤਾ, ਅਗਲਾ ਕਹਿੰਦਾ ਵੀ DMC ਲੈ ਜਾਓ, CMC ਲੈ ਜਾਓ, ਹੋਰ ਥੋੜੇ ਹਸਪਤਾਲ ਆ, ਅਪੋਲੋ ਲੈ ਜਾਓ, ਇੱਥੇ ਨਾ ਇਲਾਜ ਹੋਵੇ PGI ਲੈ ਜਾਓ। ਭਾਵ ਕਿ ਲੋਕ ਜਿਹੜੇ ਬਿਮਾਰ ਨੇ, ਦੁਖੀ ਹੈ, ਇਹ ਡਾਕਟਰ ਲੱਭਦੇ ਆ, ਵੈਦ, ਕਿ ਕਿਤੇ ਨਾ ਕਿਤੇ ਸਾਨੂੰ ਆਰਾਮ ਮਿਲ ਜਾਵੇ। ਪਰ ਗੁਰੂ ਦਾ ਪਿਆਰਾ ਸਿੱਖ ਇਹ ਵੀ ਸਦਾ ਲੋਚਦਾ, ਇਹ ਵੀ ਸਦਾ ਮਨ ਵਿੱਚ ਰੱਖਦਾ ਵੀ ਮੈਨੂੰ ਗੁਰੂ ਜਾਂ ਗੁਰੂ ਦਾ ਪਿਆਰਾ ਕੋਈ ਮਹਾਂਪੁਰਖ ਮਿਲ ਜਾਵੇ। ਮਹਾਂਪੁਰਖ ਦੀ ਸੰਗਤ ਇਹ ਤਾਂ ਦੁੱਖ ਤੋੜ ਦਿੰਦੀ ਆ, ਸੰਗਤ ਹੋਵੇ ਮਹਾਂਪੁਰਖ ਦੀ। ਮਹਾਂਪੁਰਖ ਮਹਾਨ ਆਤਮਾ, ਮਹਾਨ ਨੂੰ ਕਹਿੰਦੇ ਨੇ ਮਹਾਂਪੁਰਖ, ਵੀ ਜਿਹੜਾ ਮਹਾਨ ਹੋਵੇ ਕਰਮਾਂ ਕਰਕੇ, ਗੱਲਾਂ ਕਰਕੇ ਨਹੀਂ, ਨਾ ਕੱਪੜਿਆਂ ਕਰਕੇ। ਮਹਾਂਪੁਰਖ ਕਮਾਈ ਕਰਕੇ ਜਾਣਿਆ ਜਾਂਦਾ, ਮਹਾਨ ਹੈ ਕਮਾਈ ਬੰਦਗੀ ਕਰਕੇ। ਹੁਣ ਜਿਹਨੇ ਬੰਦਗੀ ਨਹੀਂ ਕੀਤੀ, ਨਾਮ ਹੀ ਨਹੀਂ ਜਪਿਆ, ਤੇ ਕੱਪੜੇ ਜਿੱਦਾਂ ਦੇ ਕਿਸੇ ਨੇ ਮਰਜ਼ੀ ਪਾ ਲਏ। ਹੁਣ ਭੇਖ ਦਿਖਲਾਏ ਜਗਤ ਕਾ ਲੋਗਨ ਕੋ ਬਸ ਕੀਨ, ਭੇਖ ਬਣਾ ਕੇ ਤਾਂ ਲੋਕਾਂ ਨੂੰ ਬਸ ਵਿੱਚ ਕੋਈ ਵੀ ਕਰ ਸਕਦਾ। ਚਾਰ ਸੁਰਾਂ ਆਪਾਂ ਬਾਜੇ ਦੀਆਂ ਸਿੱਖ ਲੀਆਂ, ਮਾੜਾ ਮੋਟਾ ਬੋਲਣਾ ਆ ਗਿਆ, ਜੇਬ 'ਚ 4 ਪੈਸੇ, ਚੰਗੀ ਗੱਡੀ ਕਢਾ ਲਈ, ਚੰਗੇ ਨਾਲ ਚੇਲੇ ਲੈ ਲਏ, ਸੇਵਕ ਲੈ ਲਏ, ਔਰ ਲੋਕਾਂ ਦੀ ਨਿਗਾਹ 'ਚ ਬਣ ਗਏ ਸੰਤ। ਕਮਾਈ ਹੈ ਨਹੀਂ, ਬੰਦਗੀ ਹੈ ਨਹੀਂ, ਤੇ ਸੰਗਤ ਕਰਨ ਵਾਲਿਆਂ ਤੇ ਵੀ ਉਦਾਂ ਦਾ ਅਸਰ ਹੁੰਦਾ ਫਿਰ। ਪਰ ਜਿਹੜੇ ਬੰਦਗੀ ਵਾਲੇ ਐ, ਕਮਾਈ ਵਾਲੇ ਦਾ ਪਤਾ ਉਹਦੀ ਰਸਨਾ ਤੋਂ ਲੱਗ ਜਾਂਦਾ ਹੈ, ਉਹਦੇ ਬੋਲਣ ਤੋਂ ਪਤਾ ਲੱਗ ਜਾਂਦਾ ਵੀ ਕਿੱਡੀ ਕੁ ਅਵਸਥਾ ਦਾ ਮਾਲਕ ਹੈ। ਰੱਬ ਦੇ ਪਿਆਰੇ ਬਹੁਤਾ ਨਹੀਂ ਬੋਲਦੇ, ਐਵੇਂ ਨਹੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ। ਉਹ ਓਨਾ ਕੁ ਬੋਲਣਗੇ, ਓਨਾ ਕੁ ਜਵਾਬ ਦੇਣਗੇ ਜਿੰਨਾ ਕੁ ਕੋਈ ਸਵਾਲ ਕਰੇ। ਇਹ ਨਿਸ਼ਾਨੀ ਆ ਰੱਬ ਦੇ ਪਿਆਰੇ ਦੀ। ਗੁਰੂ ਅਮਰਦਾਸ ਮਹਾਰਾਜ ਕੀ ਕਹਿੰਦੇ ਆ ਗੁਰਬਾਣੀ ਵਿੱਚ? ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤ ਹਾਂ ਕੇਰੀ ਬਿਖਮ ਮਾਰਗ ਚੱਲਣਾ। ਰੱਬ ਦੇ ਪਿਆਰੇ ਨੂੰ ਸਮਝਣਾ ਹੋਵੇ ਤੇ ਗੁਰਬਾਣੀ ਪੜ੍ਹੋ, ਫੇਰ ਪਤਾ ਲੱਗੂਗਾ। ਤੇਰੇ ਭਗਤਾਂ ਦੀ ਚਾਲ ਨਿਰਾਲੀ, ਦੁਨੀਆ ਤੋਂ ਰਹਿਣ ਵੱਖਰੇ। ਭਗਤਾਂ ਦੀ ਚਾਲ ਨਿਰਾਲੀ, ਦੁਨੀਆ ਤੋਂ ਰਹਿਣ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ,
ਦੁਨੀਆ ਤੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਨਿਰਾਲੀ ਦੁਨੀਆ ਤੋਂ ਰਹਿਣ ਵੱਖਰੇ। ਬੋਲੋ ਬੀਬੀਆਂ। ਤੇਰੇ ਪਿਆਰਿਆਂ ਦੀ ਚਾਲ ਨਿਰਾਲੀ, ਹਾਂ ਚਾਲ ਨਿਰਾਲੀ ਦੁਨੀਆ ਤੋਂ ਰਹਿਣ ਵੱਖਰੇ ਭਗਤਾਂ ਦੀ ਚਾਲ ਨਿਰਾਲੀ ਦੁਨੀਆ ਤੋਂ ਰਹਿਣ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ ਦੁਨੀਆ ਤੋਂ ਰਹਿਣ ਵੱਖਰੇ ਤੇਰੇ ਭਗਤਾਂ ਦੀ ਚਾਲ ਨਿਰਾਲੀ ਦੁਨੀਆ ਤੋਂ ਰਹਿਣ ਵੱਖਰੇ। ਬੋਲੋ ਬੀਬੀਆਂ ਗੱਜ ਕੇ ਸਾਰੀਆਂ। ਆਹੀ ਸਮਾਂ ਸਫਲਾ ਹੋਣਾ ਹੈ। ਪਿਆਰੇ ਜੀ ਦੁਨੀਆ ਤੋਂ ਰਹਿਣ ਵੱਖਰੇ ਪਿਆਰੇ ਜੀ ਜਗ ਨਾਲੋਂ ਰਹਿਣ ਵੱਖਰੇ। ਪਿਆਰੇ ਜੀ ਜਗ ਨਾਲੋਂ ਰਹਿਣ ਵੱਖਰੇ ਪਿਆਰਿਓ ਜਗ ਨਾਲੋਂ ਰਹਿਣ ਵੱਖਰੇ। ਪਿਆਰੇ ਜੀ ਜਗ ਨਾਲੋਂ ਰਹਿਣ ਵੱਖਰੇ ਵਾ 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 ਜਗ ਨਾਲੋਂ ਰਹਿਣ ਵੱਖਰੇ। ਜੀ ਜਗ ਨਾਲੋਂ ਰਹਿਣ ਵੱਖਰੇ ਪਿਆਰੇ ਜੀ ਜਗ ਨਾਲੋਂ ਰਹਿਣ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ ਭਗਤਾਂ ਦੀ ਚਾਲ ਨਿਰਾਲੀ ਤੇਰੇ ਭਗਤਾਂ ਦੀ ਚਾਲ ਨਿਰਾਲੀ ਤੇਰੇ ਭਗਤਾਂ ਦੀ ਚਾਲ ਨਿਰਾਲੀ। ਤੇਰੇ ਭਗਤਾਂ ਦੀ ਚਾਲ ਹਾਂਜੀ ਚਾਲ ਨਿਰਾਲੀ ਐ ਜਗ ਨਾਲੋਂ ਰਹਿਣ ਵੱਖਰੇ ਜਗ ਚਾਲ ਨਿਰਾਲੀ ਓਏ ਜਗ ਨਾਲੋਂ ਰਹਿਣ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ ਜਗ ਨਾਲੋਂ ਰਹਿਣ ਵੱਖਰੇ। ਤੇਰੇ ਭਗਤਾਂ ਦੀ ਚਾਲ ਨਿਰਾਲੀ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਆਪਾਂ ਭਗਤ ਆਖਦੇ ਆ ਸੰਤ ਆਖਦੇ ਆ ਇਹਨਾਂ ਦੀ ਚਾਲ ਵਿੱਚ ਫਰਕ ਹੈ। ਹੁਣ ਚਾਲ ਦਾ ਮਤਲਬ ਸਮਝਦੇ ਆ ਉਹਨਾਂ ਦੀ ਮਰਜ਼ਾਦਾ ਵਿੱਚ ਫਰਕ ਹੁੰਦਾ ਹੈ। ਤੋਰ ਤਾਂ ਬਹੁਤਿਆਂ ਦੀ ਮਿਲ ਜਾਂਦੀ ਆ ਵੀ ਫਲਾਣਾ ਫਲਾਣੇ ਵਾਂਗ ਤੁਰਦਾ ਹੈ। ਹੁਣ ਤੋਰ ਦਾ ਮਤਲਬ ਨਹੀਂ ਚਾਲ, ਚਾਲ ਹੈ ਮਰਜ਼ਾਦਾ। ਇਹ ਸੰਸਾਰ ਦੇ ਨਾਲੋਂ ਵੱਖਰੀ ਹੈ। ਨਿਆਰੀ ਚਾਲ ਹੁੰਦੀ ਆ ਸਾਧੂਆਂ ਦੀ ਭਗਤਾਂ ਦੀ। ਚਾਲ ਨਿਰਾਲੀ ਭਗਤ ਹਾਂ ਕੇਰੀ ਬੇਖਮ ਮਾਰਗ ਚੱਲਣਾ। ਉਹ ਔਖੇ ਮਾਰਗ ਤੇ ਤੁਰਦੇ ਆ।
ਔਖਾ ਮਾਰਗ ਔਖਾ ਰਸਤਾ ਸੱਚਖੰਡ ਦਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਨਾ ਤਾਂ ਉਹਨਾਂ ਅੰਦਰ ਲਭ ਲੋਭ ਲਾਲਚ ਹੁੰਦਾ ਹੈ, ਤੇ ਨਾ ਉਹ ਬਹੁਤਾ ਸੰਸਾਰ ਨਾਲ ਦੁਨੀਆ ਨਾਲ ਬੋਲਦੇ ਐ। ਤੇ ਜਿਨ੍ਹਾਂ ਮਹਾਂਪੁਰਖਾਂ ਦੀ ਆਪਾਂ ਯਾਦ ਵਿੱਚ ਜੁੜੇ ਆ, ਇਹ ਬਚਨ ਉਹਨਾਂ ਤੇ ਪੂਰੇ ਢੁਕਦੇ ਆ। ਤੇ ਦੇਖੋ ਮਹਾਂਪੁਰਖਾਂ ਦੀ ਮਰਜ਼ਾਦਾ ਵੀ ਕਿਹੋ ਜਿਹੀ ਰਹੇ, ਵੀ ਆਪਣੇ ਵਿੱਚ ਹੀ ਨੇ, ਸੰਸਾਰ ਵਿੱਚ ਰਹੇ, ਪਰ ਸੰਸਾਰ ਤੋਂ ਕਹਿ ਦਈਏ ਜਿਵੇਂ ਕਮਲ ਦਾ ਫੁੱਲ ਹੈ ਨਾ, ਨਿਰਲੇਪ ਚਿੱਕੜ ਦੇ ਵਿੱਚੋਂ, ਇਸੇ ਤਰ੍ਹਾਂ ਰੱਬ ਦੇ ਪਿਆਰੇ ਦੁਨੀਆ ਤੋਂ ਨਿਰਲੇਪ ਰਹਿੰਦੇ ਆ। ਕੱਲ ਆਪਾਂ ਬਚਨ ਸਾਂਝਾ ਕੀਤਾ ਸੀ ਵੀ ਜਦੋਂ ਰਾੜੇ ਦੀ ਢੱਕੀ ਵਿੱਚ ਆ ਕੇ ਬੈਠੇ ਤੇ ਪੱਲੇ ਕੱਖ ਨਹੀਂ, ਸਰੀਰ ਕਰਕੇ, ਤਨ ਕਰਕੇ ਕਹਿ ਲੋ ਜੀ ਬੜੀ ਗਰੀਬੀ ਆ, ਪੈਰਾਂ ਦਾ ਜੋੜਾ ਵੀ ਟੁੱਟਿਆ ਹੋਇਆ, ਤੇ ਤਨ ਤੇ ਜਿਹੜਾ ਪਹਿਨਿਆ ਹੋਇਆ ਚੋਲਾ ਇਹ ਵੀ ਪੁਰਾਣਾ ਹੈ, ਦਸਤਾਰ ਵੀ ਪੁਰਾਣੀ ਹੈ, ਮੈਲੀ ਹੈ, ਦੋਵੇਂ ਮਹਾਂਪੁਰਖਾਂ ਦੀ। ਤੇ ਨਾ ਕੋਈ ਜੇਬ ਦੇ ਵਿੱਚ ਪੈਸਾ, ਵੀ ਕਿਤੇ ਭੁੱਖ ਲੱਗੀ ਦੁਕਾਨ ਤੋਂ ਕੁਝ ਲੈ ਕੇ ਖਾ ਲਾਂਗੇ, ਨਾ ਉਦੋਂ ਦੁਕਾਨਾਂ ਹੀ ਸੀ। ਪਰ ਮਨ ਬਿਰਤੀ ਕਰਕੇ ਸਮਾਧੀ ਲਾ ਕੇ ਜੰਗਲ 'ਚ ਬਹਿ ਗਏ ਰਾੜੇ ਦੀ ਢੱਕੀ ਵਿੱਚ। ਇਹੋ ਜਿਹੀ ਬੰਦਗੀ, ਇਹੋ ਜਿਹਾ ਤਪ ਕੀਤਾ, ਕਹਿਵੇ ਕਉ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕੱਲ ਵੀ ਆਖਿਆ ਸੀ ਕਿ ਅੱਜ ਰਾੜਾ ਸਾਹਿਬ ਦੇਖੋ ਕਿਹੜੀ ਚੀਜ਼ ਦਾ ਘਾਟਾ, ਕਿੰਨਾ ਵੱਡਾ ਦਰਬਾਰ ਸਾਹਿਬ ਆ, ਕਿੰਨਾ ਵੱਡਾ ਲੰਗਰ ਹਾਲ ਹੈ, ਫੇਰ ਵੀ ਛੋਟਾ ਪੈ ਜਾਂਦਾ ਹੈ ਜਦੋਂ ਬਰਸੀ ਹੁੰਦੀ ਆ ਮਹਾਂਪੁਰਖਾਂ ਦੀ। ਤੇ ਹੁਣ ਕਿੱਡਾ ਵੱਡਾ ਪ੍ਰਬੰਧ ਕੀਤਾ ਰਾੜਾ ਸਾਹਿਬ, ਫੇਰ ਵੀ ਘਟ ਗਿਆ, ਲੱਖਾਂ ਦੇ ਹਿਸਾਬ ਨਾਲ ਇਕੱਠ ਹੁੰਦਾ ਹੈ। ਇਹ ਬੰਦਗੀ ਤੋਂ ਪਤਾ ਲੱਗਦਾ ਸਾਧੂ ਦੀ। ਤੇ ਬੰਦਗੀ ਹੈ ਜਿਹੜੀ, ਇਹ ਆਮ ਨੁਮਾਇਸ਼ ਨਹੀਂ ਹੈ, ਲੋਕਾਂ ਨੂੰ ਦਿਖਾ ਕੇ ਥੋੜਾ ਨਾਮ ਜਪਣਾ। ਆਪਾਂ ਮਹਾਂਪੁਰਖ ਸਾਰੀ ਜ਼ਿੰਦਗੀ ਇਕਾਂਤ ਵਿੱਚ ਰਹਿ ਕੇ, ਜਿੰਨਾ ਸਮਾਂ ਨਾਮ ਜਪਣਾ, ਬੰਦਗੀ ਕਰਨੀ ਇਕਾਂਤ ਵਿੱਚ ਰਹਿ ਕੇ। ਪਹਿਲਾਂ ਰਾੜੇ ਦੀ ਢੱਕੀ ਵਿੱਚ ਜਪਦੇ ਰਹੇ, ਫਿਰ ਸੇਵਕਾਂ ਨੇ, ਪ੍ਰੇਮੀਆਂ ਨੇ ਸੇਵਾ ਲੈ ਲਈ, ਭੋਰਾ ਸਾਹਿਬ ਬਣ ਗਿਆ, ਮੁੜ ਕੇ ਭੋਰਾ ਸਾਹਿਬ ਦੇ ਵਿੱਚ ਨਾਮ ਜਪਦੇ ਰਹੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੈ। ਹੁਣ ਕਹਿਣ ਆਖਣ ਨੂੰ ਤਾਂ ਆਪਾਂ ਸਾਰੇ ਹੀ ਸਿੱਖ ਹਾਂ, ਜਿਹਦੀ ਮਰਜ਼ੀ ਬਾਹ ਫੜ ਕੇ ਪੁੱਛ ਲਓ, ਹਾਂ ਵੀ ਕਿਹਨਾਂ ਦਾ ਮੁੰਡਾ, ਕਿਹਨਾਂ ਦਾ ਬੱਚਾ, ਕਿਹਨਾਂ ਦੇ ਪਰਿਵਾਰ ਵਿੱਚੋਂ ਹੈ, ਸਿੱਖਾਂ ਦੇ ਪਰਿਵਾਰ ਚੋਂ ਕੋਈ ਹੋਏਗਾ ਦੂਜੇ ਧਰਮ ਨਾਲ ਸੰਬੰਧ ਰੱਖਦਾ, ਪਰ ਬਹੁਤਾਤ ਗਿਣਤੀ ਗੁਰੂ ਘਰਾਂ ਦੇ ਵਿੱਚ ਸਿੱਖਾਂ ਦੀ ਹੈ। ਆਪਾਂ ਤਾਂ ਮਿੰਟ ਲਾਵਾਂਗੇ ਜੀ ਅਸੀਂ ਸਿੱਖ ਹੁੰਨੇ ਆ, ਸਿਰ ਤੇ ਦਸਤਾਰ ਬੰਨੀ ਆ, ਪੱਗ ਬੰਨੀ ਆ, ਪਤਾ ਲੱਗ ਜਾਂਦਾ ਬਾਹਰਲੇ ਧਰਮ ਵਾਲਿਆਂ ਨੂੰ, ਬਾਹਰਲੇ ਲੋਕਾਂ ਨੂੰ ਵੀ ਸਿੱਖ ਹੈ। ਪਰ ਸਿੱਖ ਤਾਂ ਉਹੀ ਆ ਜਿਹੜਾ ਗੁਰੂ ਦੇ ਪਿਆਰ ਦੇ ਵਿੱਚ ਅੰਮ੍ਰਿਤ ਵੇਲੇ ਜਾਗੇ ਤੇ ਮਹਾਰਾਜ ਦੀ ਬਾਣੀ ਪੜ੍ਹੇ, ਨਾਮ ਜਪੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ। ਉਹ ਹਿੰਮਤ ਕਰਦਾ ਅੰਮ੍ਰਿਤ ਵੇਲੇ, ਇਹ ਨਹੀਂ ਕਹਿੰਦਾ ਵੀ ਕੋਈ ਨਾ ਅਲਾਰਮ ਵੱਜ ਗਿਆ 5 ਮਿੰਟ ਹੋਰ ਸੌਂ ਜਾਈਏ, 10 ਮਿੰਟ ਹੋਰ ਸੌਂ ਜਾਈਏ। ਬਹੁਤਿਆਂ ਦਾ ਸੁਭਾਅ ਨਾ ਵੀ ਚੱਲ 10 ਕੁ ਮਿੰਟ ਹੋਰ ਸੌਂ ਲੈਂਦੇ ਹਾਂ, 10 ਮਿੰਟ ਕਰਦੇ ਕਰਦੇ ਮੁੜ ਕੇ ਕਿੰਨੇ ਘੰਟੇ ਲੰਘ ਜਾਂਦੇ ਆ। ਫਿਰ ਸੂਰਜ ਮਾਮਾ ਸਿਰ ਤੇ ਆ ਜਾਂਦਾ ਹੈ, ਫੇਰ ਕਰਦੇ ਕਹਿੰਦੇ ਆ ਉੱਠ ਖੜ, ਹੁਣ ਤਾਂ ਸੂਰਜ ਵੀ ਸਿਰ ਤੇ ਆ ਗਿਆ। ਆਪਾਂ ਉਹ ਸਿੱਖ ਨਹੀਂ ਨਾ ਜਿਹੜੇ ਮਹਾਰਾਜ ਸਿੱਖ ਜਿਨ੍ਹਾਂ ਨੂੰ ਮਹਾਰਾਜ ਨੇ ਸਿੱਖ ਬਣਾਇਆ, ਜਿਹੋ ਜਿਹੇ ਸਿੱਖ ਮਹਾਰਾਜ ਚਾਹੁੰਦੇ ਆ। ਆਪਾਂ ਤਾਂ ਗੱਲਾਂ ਵਾਲੇ ਆ ਬਹੁਤੇ,
ਗੱਲੀ ਹਉ ਸੁਹਾਗਣ ਭੈਣੇ, ਕੰਤ ਨਾ ਕਬਹੋਂ ਮੈਂ ਮਿਲਿਆ। ਗੱਲਾਂ ਦੇ ਨਾਲ ਹੀ ਸੁਹਾਗਣਾ, ਗੱਲਾਂ ਨਾਲ ਹੀ ਸਿੱਖਾਂ, ਪਰ ਪੱਲੇ ਕੱਖ ਨਹੀਂ ਹੈ ਬਹੁਤਿਆਂ ਦੇ ਆਪਣੇ। ਥੋੜੇ ਬਹੁਤੇ ਹੋਣਗੇ ਜਿਹੜੇ ਮਹਾਰਾਜ ਦੇ ਬਚਨਾਂ ਦੇ ਅਧਿਕਾਰੀ ਆ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਨੇ ਤੇ ਸੁਰਤ ਆਪਣੀ ਰੱਖਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਤੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਫਿਰ ਦਿਨ ਚੜ੍ਹੇ ਪੜ੍ਹਦੇ ਆ ਬਾਣੀ। ਕਿਉਂ? ਪਹਿਲੇ ਸਮਿਆਂ 'ਚ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਬਹੁਤਾ, ਜਾਂ ਤਾਂ ਦੀਵੇ ਬਾਲ ਕੇ ਗੁਰੂ ਦੇ ਸਿੱਖ ਰਾਤ ਕੱਟਿਆ ਕਰਦੇ, ਤੇ ਗੁੱਡ ਕੇ ਇੰਨੇ ਬਾਣੀ ਦੇ ਨਹੀਂ ਸੀ ਹੋਇਆ ਕਰਦੇ। ਤਕਰੀਬਨ ਗੁਰੂ ਦੇ ਸਮਕਾਲੀ ਕਹਿ ਦਈਏ, ਗੁਰੂ ਦੇ ਜਿਹੜੇ ਸਨਮੁਖ ਰਹਿਣ ਵਾਲੇ ਸਿੱਖ, ਉਹ ਸਤਿਗੁਰਾਂ ਦੇ ਕੋਲ ਰਹਿ ਕੇ ਬਾਣੀ ਪੜ੍ਹਨੀ, ਕੰਠ ਕਰਨੀ ਸਿੱਖਿਆ ਕਰਦੇ। ਤੇ ਗੁਟਕੇ ਦੀ ਮਰਜ਼ਾਦਾ ਤੇ ਭਾਈ ਮਨੀ ਸਿੰਘ ਨੇ ਬੰਨੀ ਹੈ ਕਿ ਬਾਣੀ ਦੇ ਜਿਵੇਂ 5 ਬਾਣੀਆਂ 10ਵੇਂ ਪਾਤਸ਼ਾਹ ਮਹਾਰਾਜ ਨੇ, ਭਾਈ ਮਨੀ ਸਿੰਘ ਨੇ ਜਾਪਜੀ ਸਾਹਿਬ ਦਾ ਪਾਠ, ਜਾਪ ਸਾਹਿਬ ਦਾ ਪਾਠ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, ਤੇ ਇਸੇ ਤਰ੍ਹਾਂ ਸ਼ਾਮ ਨੂੰ ਸੋਦਰ ਦੀ ਬਾਣੀ ਰਹਿਰਾਸ ਸਾਹਿਬ ਦਾ ਪਾਠ 10ਵੇਂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਆ। ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਸ਼ਾਮ ਨੂੰ ਰਹਿਰਾਸ ਸਾਹਿਬ, ਤੇ ਸੌਣ ਵੇਲੇ ਕੀਰਤਨ ਸੋਲਾ। ਤੇ ਭਾਈ ਮਨੀ ਸਿੰਘ ਨੇ ਗੁਟਕਾ ਤਿਆਰ ਕਰ ਲਿਆ, ਤੇ ਮਹਾਰਾਜ ਨੇ ਜਦੋਂ ਦੇਖਿਆ ਵੀ ਪੋਥੀ ਤਿਆਰ ਹੈ, ਤੇ ਭਾਈ ਮਨੀ ਸਿੰਘ ਪੋਥੀ ਲੈ ਕੇ ਮਹਾਰਾਜ ਦੇ ਸਨਮੁਖ ਹਾਜ਼ਰ ਹੋਇਆ। ਮਹਾਰਾਜ ਜੀ, ਆਮ ਗੁਰਸਿੱਖਾਂ ਦੇ ਪੜ੍ਹਨ ਵਾਸਤੇ, ਪਾਠ ਕਰਨ ਵਾਸਤੇ, ਨਿਤਨੇਮ ਦੇ ਵਾਸਤੇ ਪੋਥੀ ਬਣਾਈ ਹੈ। ਤੋ ਮਹਾਰਾਜ ਖੁਸ਼ ਵੀ ਹੋਏ ਨੇ, ਨਾਲ ਬਚਨ ਕੀਤੇ, ਭਾਈ ਮਨੀ ਸਿਆ, ਭਾਈ ਤੂੰ ਗੁਰੂ ਦੀ ਬਾਣੀ ਨੂੰ ਇਸ ਤਰੀਕੇ ਨਾਲ ਪੋਥੀ ਦੇ ਵਿੱਚ ਗੁਰੂ ਦੇ ਸ਼ਬਦਾਂ ਨੂੰ ਤੂੰ ਟੋਟਿਆਂ ਦੇ ਵਿੱਚ ਕਹਿ ਲਈਏ, ਔਰ ਗੁਰਬਾਣੀ ਦੇ ਬਚਨ ਸ਼ਬਦ ਕੱਢ ਕੱਢ ਕੇ ਬਾਣੀ ਗੁਟਕੇ ਦੇ ਵਿੱਚ, ਪੋਥੀ ਦੇ ਵਿੱਚ ਲਿਖ ਦਿੱਤੀ। ਪਰ ਗੱਲ ਚੇਤੇ ਰੱਖੀ, ਆਉਣ ਵਾਲੇ ਸਮੇਂ 'ਚ ਤੈਨੂੰ ਵੀ ਭਾਈ ਬੰਦ ਕਟਵਾਉਣਾ ਪੈਣਾ। ਤੇ ਭਾਈ ਮਨੀ ਸਿੰਘ ਦਾ ਫਿਰ ਜੀਵਨ ਪੜ੍ਹਦਿਆਂ ਉਹਨਾਂ ਨੇ ਬੰਦ ਕਟਾਇਆ ਆਪਣਾ, ਪਰ ਬਾਣੀ ਨਹੀਂ ਛੱਡੀ ਪੜ੍ਹਨੀ। ਜਿਹੜਾ ਗੁਰੂ ਦਾ ਸਿੱਖ ਹੁੰਦਾ ਬਾਣੀ ਪੜ੍ਹਦਾ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਉਹ ਤਾਂ ਬਹਿੰਦਾ ਵੀ ਨਾਮ ਜਪਦਾ, ਉੱਠਦਾ ਤੁਰਦਾ ਫਿਰਦਾ ਵੀ ਨਾਮ ਜਪੀ ਜਾਂਦਾ ਹੈ। ਕਿਉਂ? ਨਾਮ ਜਪਣ ਦੇ ਪੈਸੇ ਥੋੜਾ ਲੱਗਦੇ ਆ। ਗੁਰੂ ਸਤੂਤਰ ਮਹਾਂਪੁਰਖ ਪੜ੍ਹਦੇ ਹੁੰਦੇ ਰਾੜਾ ਸਾਹਿਬ ਵਾਲੇ, 10 ਪਾਤਸ਼ਾਹੀਆਂ ਦੀ ਵਡਿਆਈ, ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕਿਛ ਨਾ ਲੱਗੇਗਾ ਮੋਲ ਪਿਆਰਿਆ। ਵੀ ਤੇਰਾ ਮੁੱਲ ਥੋੜਾ ਲੱਗਣਾ ਵਾਹਿਗੁਰੂ ਵਾਹਿਗੁਰੂ ਜਪਣ ਵਾਸਤੇ, ਪਰ ਆਪਾਂ ਫੇਰ ਵੀ ਨਹੀਂ ਜਪਦੇ। ਕਿਉਂ? ਕਿਉਂਕਿ ਫਰੀ ਦੀਆਂ ਚੀਜ਼ਾਂ ਬਹੁਤ ਘੱਟ ਲੋਕ ਲੈਂਦੇ ਆ। ਵੱਡੇ ਵੱਡੇ ਬਾਜ਼ਾਰਾਂ ਵਿੱਚ, ਮੌਲਾਂ ਵਿੱਚ ਜਾ ਕੇ ਮਹਿੰਗੇ ਤੋਂ ਮਹਿੰਗਾ ਸਮਾਨ ਲੈ ਲੈਣਗੇ, ਤੇ ਫਰੀ ਵਾਲੀ ਚੀਜ਼ ਵੱਲ ਮੂੰਹ ਨਹੀਂ ਕਰਦੇ। ਜਿਸ ਤਰ੍ਹਾਂ ਸਰਕਾਰੀ ਹਸਪਤਾਲ ਬਣੇ ਨਾ, ਅਗਲਾ ਮੂੰਹ ਨਹੀਂ ਕਰਦਾ ਵੀ ਸਾਂਭ ਸੰਭਾਲਣੀ ਹੈ, ਅਗਲਾ ਜਾਂਦਾ ਪ੍ਰਾਈਵੇਟ ਵਿੱਚ। ਮੁੜ ਕੇ ਪੜ੍ਹਾਈ ਕਰਾਉਣੀ ਆ ਬੱਚਿਆਂ ਦੀ, ਅਗਲਾ ਕਹਿੰਦਾ ਸਰਕਾਰੀ 'ਚ ਰਹਿਣ ਦਿਓ, ਪ੍ਰਾਈਵੇਟ ਸਕੂਲ 'ਚ ਪੜ੍ਹਾ ਲਓ। ਵੀ ਸਰਕਾਰੀ ਵਾਲੇ ਪੜ੍ਹਾਉਂਦੇ ਨਹੀਂ। ਹਰੇਕ ਕੰਮ ਬੰਦਾ ਚਾਹੁੰਦਾ ਵੀ ਵਧੀਆ ਮਿਲੇ, ਚੰਗਾ ਮਿਲ ਜਾਵੇ। ਪ੍ਰਾਈਵੇਟ ਇਸ ਕਰਕੇ ਆਪਾਂ ਜਾਂਦੇ ਹਾਂ ਲਾਈਨ ਵਿੱਚ, ਤੇ ਜਦੋਂ ਨੌਕਰੀ ਲੈਣੀ ਹੋਵੇ ਫਿਰ ਕਹਿਣਗੇ ਜੀ ਸਰਕਾਰੀ ਨੌਕਰੀ ਹੋਵੇ। ਕਿਉਂ? ਸੁਭਾਅ ਸਾਰਿਆਂ ਦੇ ਵੱਖੋ ਵੱਖਰੇ ਆ। ਤੇ ਵਾਹਿਗੁਰੂ ਦਾ ਨਾਮ ਆ ਜਿਹੜਾ, ਇਹ ਸਾਰਿਆਂ ਨੂੰ ਸੁੱਖ ਦਿੰਦਾ। ਨੌਕਰੀਆਂ ਤਾਂ ਬਹੁਤ ਪਿੱਛੇ ਰਹਿ ਜਾਂਦੀਆਂ ਨੇ ਜੇ ਕੋਈ ਨਾਮ ਜਪੇ। ਨਾਮ ਜਪਣ ਵਾਲਾ ਤੇ ਸਾਰੀ ਦੁਨੀਆ ਦਾ ਰਾਜਾ ਬਣ ਜਾਂਦਾ ਹੈ। ਜਿਹੜਾ ਵਾਹਿਗੁਰੂ ਦਾ ਨਾਮ ਜਪੇ ਉਹਨੂੰ ਤਾਂ ਸਾਰੀ ਦੁਨੀਆ ਦਾ ਰਾਜ ਭਾਗ ਮਿਲ ਜਾਂਦਾ। ਤੇ ਆਪਾਂ ਨੂੰ ਲੱਗਦਾ ਵੀ ਆਪਾਂ ਨਾਮ ਨਾ ਜਪੀਏ ਤਾਂ ਚੰਗਾ। ਸਾਡੇ ਕੋਲੇ ਤਾਂ ਕਈ ਆਖਣਗੇ ਜੀ ਟਾਈਮ ਨਹੀਂ ਹੁੰਦਾ, ਕੰਮ ਹੀ ਬਹੁਤੇ ਆ। ਕੰਮ ਕਰਕੇ ਬੰਦਾ ਗੁਰੂ ਨੂੰ ਛੱਡ ਦਿੰਦਾ, ਕੰਮ 'ਚ ਸਾਰੀ ਜ਼ਿੰਦਗੀ ਲੱਗਿਆ ਰਹਿੰਦਾ, ਤੇ ਕੰਮ ਨਹੀਂ ਮੁੱਕਦੇ, ਇੱਕ ਦਿਨ ਆਪ ਮੁੱਕ ਜਾਂਦਾ ਹੈ।
ਪਰ ਜਿਹੜਾ ਨਾਮ ਹੈ ਇਹ ਸਾਰੇ ਸੁੱਖ ਪਦਾਰਥ ਦੇਣ ਵਾਲਾ ਹੈ। ਆਪਣੀ ਤਾਂ ਸ਼ਰਧਾ ਨਹੀਂ ਨਾ ਬਣਦੀ ਇੰਨੀ ਕਿ ਭਗਤ ਧੰਨਾ ਜੀਆਂ ਵਾਂਗ ਕਿਤੇ ਪੱਥਰ ਤੇ ਸ਼ਰਧਾ ਰੱਖ ਕੇ ਬਹਿ ਜਾਈਏ ਤੇ ਪੱਥਰਾਂ 'ਚੋਂ ਭਗਤ ਧੰਨਾ ਜੀ ਰੱਬ ਨੂੰ ਪ੍ਰਗਟ ਕਰ ਲੈਂਦੇ ਆ। ਭਗਤ ਨਾਮਦੇਵ ਵਰਗੀ ਸ਼ਰਧਾ ਨਹੀਂ ਬਣਦੀ। ਭਗਤ ਨਾਮਦੇਵ ਸਾਰਿਆਂ 'ਚ ਰੱਬ ਨੂੰ ਦੇਖਦੇ ਆ। ਉਹ ਤਾਂ ਬੰਦਿਆਂ ਵਿੱਚ ਵੀ, ਮਨੁੱਖਾਂ 'ਚ ਵੀ, ਪਸ਼ੂਆਂ ਵਿੱਚ ਵੀ ਉਹਨਾਂ ਨੇ ਪ੍ਰਮਾਤਮਾ ਨੂੰ ਦੇਖਿਆ। ਤੇ ਜੇ ਕਿਤੇ ਕੁੱਤਾ ਮਿਲ ਜਾਣਾ, ਰਾਸਤੇ 'ਚ ਕੂਕਰ ਮਿਲ ਜਾਣਾ, ਤੇ ਕੂਕਰ ਨੂੰ ਕੁੱਤੇ ਨੂੰ ਵੀ ਕਹਿਣਾ ਭਗਵਾਨ। ਲੋਕ ਹੈਰਾਨ ਹੁੰਦੇ ਸੀ ਵੀ ਭਗਤ ਨਾਮਦੇਵ ਕੀ ਹੋ ਗਿਆ ਇਹਨੂੰ, ਇਹ ਤਾਂ ਕੁੱਤਿਆਂ ਨੂੰ ਵੀ ਭਗਵਾਨ ਆਖੀ ਜਾਂਦਾ ਹੈ। ਭਾਵਨਾ ਹੁੰਦੀ ਹੈ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਰਾਮ ਪਰਮਾਤਮਾ ਉਹ ਤਾਂ ਸਾਰੀਆਂ ਘਟਾਂ ਵਿੱਚ ਰਮਿਆ ਹੋਇਆ। ਮਹਾਰਾਜ ਪੜ੍ਹਦੇ ਹੁੰਦੇ ਰਾੜਾ ਸਾਹਿਬ ਵਾਲੇ, ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਬੋਲੋ ਬੀਬੀਆਂ, ਵਾਹ ਵਾਹ। ਜੀ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਓ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਤਾਂ ਘਟਾਂ ਘਟਾਂ 'ਚ ਹਰੇਕ ਸਰੀਰ ਵਿੱਚ ਹੈ, ਜਰੇ ਜਰੇ 'ਚ ਕਣ ਕਣ ਦੇ ਵਿੱਚ ਪ੍ਰਮਾਤਮਾ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਸਾਰਿਆਂ 'ਚ ਉਹਦੀ ਜੋਤ ਹੈ। ਪਰ ਆਪਾਂ ਰੱਬ ਨੂੰ ਕਿੱਥੇ ਲੱਭਦੇ ਫਿਰਦੇ ਹਾਂ। ਕੋਈ ਕਿਤੇ ਰੱਬ ਨੂੰ ਲੱਭਦਾ, ਕੋਈ ਕਿਤੇ ਲੱਭਦਾ ਫਿਰਦਾ ਹੈ। ਉਹ ਤਾਂ ਸਾਡੇ ਅੰਦਰ ਹੀ ਆ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਜੇ ਅੰਦਰੋਂ ਖੋਜੀਏ ਨਾ, ਰੱਬ ਨੂੰ ਲੱਭੀਏ, ਉਹ ਤਾਂ ਸਾਡੇ ਮਨ ਵਿੱਚ ਹੀ ਵਸਿਆ ਹੋਇਆ। ਰੱਬ ਨੂੰ ਲੱਭਣਾ ਕੋਈ ਔਖਾ ਨਹੀਂ ਹੈ। ਗਿਆਨ ਤੋਂ ਬਿਨਾ ਲੱਭਣਾ ਔਖਾ। ਜਿਹਨੂੰ ਗਿਆਨ ਨਹੀਂ ਨਾ ਹੈ ਉਹ ਤਾਂ ਭਟਕਦਾ ਫਿਰੇਗਾ ਦੇਸ਼ਾਂ ਦਸ਼ੰਤਰਾਂ 'ਚ, ਜੰਗਲਾਂ ਰੋਈਆਂ 'ਚ ਰੱਬ ਨੂੰ ਲੱਭੇਗਾ। ਕਬੀਰ ਜੰਗਲ ਜੰਗਲ ਕਿਆ ਭਵੈ, ਬਣ ਕੰਡਾ ਮੋੜੇ ਹੈ, ਵਸੈ ਰੱਬ ਹਿਆਲੀਐ, ਬਾਹਰ ਕਿਆ ਢੂੰਡੇ ਹੈ। ਕਹਿੰਦੇ ਜੰਗਲਾਂ ਵਿੱਚ ਮਨਾ ਤੂੰ ਕੀ ਲੱਭਦਾ ਫਿਰਦਾ, ਉਹ ਰੱਬ ਤਾਂ ਤੇਰੇ ਅੰਦਰ ਹੈ। ਤੂੰ ਜੰਗਲਾਂ 'ਚ ਲੱਭਦਾ ਫਿਰਦਾ, ਬਾਹਰ ਲੱਭਦਾ ਫਿਰਦਾ। ਜਦੋਂ ਭਗਤ ਕਬੀਰ ਸਾਹਿਬ ਨੂੰ ਹੋ ਗਿਆ ਗਿਆਨ, ਫਿਰ ਘਰ ਵਿੱਚ ਹੀ ਬਹਿ ਕੇ ਲਾਈਆਂ ਸਮਾਧੀਆਂ, ਜਪਿਆ ਨਾਮ, ਤੇ ਭਗਤ ਕਬੀਰ ਸਾਹਿਬ ਨੇ ਰੱਬ ਨੂੰ ਪਾ ਲਿਆ। ਇਹ ਅਵਸਥਾ ਬਣਾਉਣੀ ਔਖੀ ਆ। ਅਵਸਥਾ ਬਣਦੀ ਹੁੰਦੀ ਆ ਸੰਗਤ ਕਰਕੇ। ਤੇ ਸੰਗਤ ਜਦੋਂ ਵੀ ਮਿਲੇ ਇਹਦੇ ਤੋਂ ਕਦੇ ਕਿਨਾਰਾ ਨਹੀਂ ਕਰਨਾ। ਜੇ ਬੰਦਾ ਸੋਚੇ ਵੀ ਸਮਾਗਮ ਚੱਲਦਾ, ਕੱਲ ਦਾ ਬਾਕੀ ਆ, ਅੱਜ ਰਹਿਣ ਦਿੰਨੇ ਆ, ਬਾਬਿਆਂ ਦਾ ਕੀ ਹੈ, ਤਾਂ ਹਟਦੇ ਹੀ ਨਹੀਂ। ਦੇਰ ਰਾਤ ਤੱਕ ਲੱਗੇ ਰਹਿੰਦੇ ਆ। ਕਈਆਂ ਦਾ ਸੁਭਾਅ ਹੁੰਦਾ 10 ਮਿੰਟ ਬੈਠੇ ਉੱਠ ਕੇ ਚਲੇ ਗਏ, ਕਿਉਂਕਿ ਸੁਭਾਅ ਨਹੀਂ ਬਣਿਆ ਹੋਇਆ, ਪ੍ਰੇਮ ਨਹੀਂ ਹੈ ਕਥਾ ਕੀਰਤਨ ਨਾਲ, ਗੁਰੂ ਨਾਲ। ਮੋਹ ਮਾਇਆ ਦਾ ਜਾਲ ਇਹੋ ਜਿਹਾ, ਮਨ ਇਹੋ ਜਿਹਾ ਬੇਮੁਖ ਹੋਇਆ ਕਿ ਗੁਰੂ ਦੀ ਸੰਗਤ ਚੰਗੀ ਨਹੀਂ ਲੱਗਦੀ। ਪਰ ਜਿਨ੍ਹਾਂ ਦਾ ਪ੍ਰੇਮ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਪਿਆਰ ਹੈ, ਸਤਿਕਾਰ ਹੈ ਗੁਰੂ ਦਾ, ਉਹ ਤਾਂ ਸਾਰੀ ਸਾਰੀ ਰਾਤ ਬਹਿ ਕੇ ਜਪ ਲੈਂਦੇ ਆ। ਉਹ ਤਾਂ ਆਉਂਦੇ ਜਾਂਦੇ ਸੁੱਤੇ ਜਾਗਦੇ ਸਦਾ ਹੀ ਨਾਮ ਪ੍ਰੇਮ ਪ੍ਰਮਾਤਮਾ ਨਾਲ ਕਰਦੇ ਆ।
ਔਰ ਇੱਕ ਫਕੀਰ ਹੋਇਆ ਮਨਸੂਰ ਨਾਮ ਦਾ, ਬਹੁਤੀ ਵਾਰ ਸੁਣਿਆ ਹੋਣਾ ਮਨਸੂਰ। ਉਹਦੇ ਮਨ ਵਿੱਚ ਲਗਨ ਲੱਗੀ, ਮਹਾਂਪੁਰਖਾਂ ਦੀ ਉਹਨੇ ਸੰਗਤ ਕੀਤੀ, ਕਿਸੇ ਚੰਗੇ ਫਕੀਰ ਦੀ ਪਹੁੰਚੇ ਹੋਏ ਦੀ। ਮਨਸੂਰ ਸਾਈਂ ਫਕੀਰ ਨੂੰ ਪੁੱਛਦਾ, ਹੈ ਸਾਈਂ ਫਕੀਰ, ਮੇਰੇ ਤੇ ਕਿਰਪਾ ਕਰੋ ਵੀ ਜਿਵੇਂ ਖੁਦਾਵੰਦ ਕਰੀਮ ਤੁਹਾਡੇ ਕੋਲ ਰਹਿੰਦਾ ਹੈ, ਉਹ ਖੁਦਾਵੰਦ ਕਰੀਮ ਮੇਰੇ ਵੀ ਕੋਲ ਆ ਜਾਏ, ਮੈਨੂੰ ਵੀ ਉਹ ਖੁਦਾ ਦੇ ਦਰਸ਼ਨ ਹੋ ਜਾਣ। ਤੇ ਫਕੀਰ ਕਹਿੰਦਾ, ਮਨਸੂਰਾ, ਜਿਹੜਾ ਤੈਨੂੰ ਨਾਮ ਚੰਗਾ ਲੱਗਦਾ ਹੈ ਤੂੰ ਉਹ ਨਾਮ ਜਪਿਆ ਕਰ। ਤੇ ਸਾਈਂ ਮਨਸੂਰ ਨੇ ਨਾਮ ਜਪਣਾ ਸ਼ੁਰੂ ਕਰਤਾ ਆਪਣੀ ਭੈਣ ਦਾ, ਅਨਲ ਹੱਕ। ਹੁਣ ਆਪਣੀ ਭੈਣ ਦਾ ਨਾਮ ਹੀ ਜਪੀ ਜਾਂਦਾ, ਕਿਉਂ? ਭੈਣ ਨਾਲ ਬਹੁਤਾ ਪ੍ਰੇਮ ਸੀ। ਜਿਸ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਭੈਣ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਤੋਂ 5 ਸਾਲ ਵੱਡੇ ਆ। ਤੇ ਭੈਣ ਨਾਨਕੀ ਨੇ ਅਰਦਾਸਾਂ ਕਰਨੀਆਂ ਅਕਾਲ ਪੁਰਖ ਵਾਹਿਗੁਰੂ ਨੂੰ ਕਿ ਹੇ ਭਗਵਾਨ ਪਰਮੇਸ਼ਰ, ਸਾਡੇ ਤੇ ਕਿਰਪਾ ਕਰ, ਮੈਨੂੰ ਇੱਕ ਭਾਈ ਦੇ ਦੇ, ਇੱਕ ਵੀਰ ਦੇ ਦੇ। ਤੇ 5 ਸਾਲਾਂ ਬਾਅਦ ਰਾਏ ਭੋਏ ਦੀ ਤਲਵੰਡੀ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ ਮਹਾਰਾਜ ਨੇ। ਤੋ ਭੈਣ ਨਾਨਕੀ ਦਾ ਬੜਾ ਪਿਆਰ ਸੀ ਗੁਰੂ ਨਾਨਕ ਸਾਹਿਬ ਦੇ ਨਾਲ। ਦਿਨ ਰਾਤ ਭੈਣ ਨਾਨਕੀ ਨੇ ਗੁਰੂ ਨਾਨਕ ਸਾਹਿਬ ਦਾ ਧਿਆਨ ਰੱਖਣਾ, ਬੜਾ ਲਾਡ ਲੜਾਉਣਾ। ਇਤਿਹਾਸ ਦੱਸਦਾ ਵੀ ਜਨਮ ਤੋਂ ਬਾਅਦ ਨਾ, ਮਹਾਰਾਜ ਦੇ ਪ੍ਰਕਾਸ਼ ਤੋਂ ਬਾਅਦ ਕਈ ਸਾਲ, ਵਰਨਾ ਬੱਚਾ 6 ਮਹੀਨੇ ਬਾਅਦ, ਸਾਲ ਬਾਅਦ ਬੋਲਣ ਲੱਗ ਜਾਂਦੇ ਨਾ ਕਈ। ਮਹਾਰਾਜ ਕਈ ਸਾਲ ਨਹੀਂ ਬੋਲੇ, 3-4 ਸਾਲ। ਮਾਤਾ ਜੀ ਹੈਰਾਨ ਨੇ, ਪਿਤਾ ਜੀ ਨਾਲ ਗੱਲ ਕਰਦੇ ਨੇ, ਮਹਿਤਾ ਕਲਿਆਣ ਦਾਸ ਜੀਆਂ ਨਾਲ, ਕਿ ਸਵਾਮੀ ਪਟਵਾਰੀ ਸਾਹਿਬ, ਇਹ ਨਾਨਕ ਆਪਣਾ ਬੋਲਦਾ ਨਹੀਂ ਹੈ। ਤੇ ਪਿਤਾ ਜੀ ਨੇ ਨਾਨਕੀ ਨੂੰ ਕਿਹਾ, ਨਾਨਕੀ ਤੇਰੀ ਡਿਊਟੀ ਆ, ਤੂੰ ਇਹ ਆਪਣੇ ਭਾਈ ਨੂੰ ਬੁਲਾਇਆ ਕਰ, ਇਹਨੂੰ ਬੋਲਣਾ ਆ ਜੇ। ਤੇ ਭੈਣ ਨਾਨਕੀ ਨੇ ਗੁਰੂ ਨਾਨਕ ਸਾਹਿਬ ਨੂੰ ਬੁਲਾਉਣਾ, ਬੋਲ ਵੀਰਾ, ਇੱਕ ਵਾਰ ਤਾਂ ਮੈਨੂੰ ਭੈਣ ਕਹਿ ਕੇ ਬੁਲਾ ਦੇ, ਇੱਕ ਵਾਰ ਤਾਂ ਬੋਲ, ਮੇਰਾ ਨਾਮ ਲੈ ਕੇ ਪੁਕਾਰ, ਮੈਂ ਤੇਰੀ ਭੈਣ ਆ। ਤੇ ਗੁਰੂ ਨਾਨਕ ਸਾਹਿਬ ਨੇ ਦੇ ਕੇ ਹੱਸੀ ਜਾਣਾ। ਤੋ ਕਿੰਨਾ ਸਮਾਂ ਇਦਾਂ ਹੀ ਲੰਘ ਗਿਆ। ਫਿਰ ਇੱਕ ਦਿਨ ਭੈਣ ਨਾਨਕੀ ਰੋਣ ਲੱਗ ਗਈ ਵੀ ਮੇਰਾ ਵੀਰ ਬੋਲਦਾ ਕਿਉਂ ਨਹੀਂ, ਮੈਂ ਤਾਂ ਅਰਦਾਸਾਂ ਕਰ ਕਰਕੇ ਮੰਗਿਆ ਵੀ ਇਹ ਮੇਰੇ ਨਾਲ ਬੋਲਦਾ ਕਾਤੇ ਨਹੀਂ, ਕਿਉਂ ਨਹੀਂ ਬੋਲਦਾ। ਫਿਰ ਅਰਦਾਸ ਕੀਤੀ ਪ੍ਰਮਾਤਮਾ ਨੂੰ, ਨਾਲੇ ਰੋਵੇ ਕਿ ਹੇ ਪ੍ਰਮਾਤਮਾ ਕਿਰਪਾ ਕਰ, ਮੇਰਾ ਵੀਰ ਮੇਰੇ ਨਾਲ ਬੋਲੇ, ਗੱਲ ਕਰੇ, ਬਾਤ ਕਰੇ ਕੋਈ। ਤੇ ਜਦੋਂ ਅਰਦਾਸ ਭੈਣ ਨਾਨਕੀ ਦਿਲੋਂ ਕਰਦੀ ਹੈ, ਤੇ ਉਦੋਂ ਗੁਰੂ ਨਾਨਕ ਸਾਹਿਬ ਫਿਰ ਭੈਣ ਨਾਨਕੀ ਦਾ ਪਿਆਰ ਦੇਖ ਕੇ ਬੋਲਦੇ ਆ। ਤੇ ਪਹਿਲਾ ਲਫ਼ਜ਼ ਬੋਲਦੇ ਨੇ ਬੇਬੇ। ਇਹ ਮਹਾਰਾਜ ਦਾ ਪਹਿਲਾ ਬੋਲ ਸੀ ਆਪਣੀ ਭੈਣ ਦੇ ਪਿਆਰ ਦੇ ਵਿੱਚ। ਤੋ ਇਸੇ ਤਰ੍ਹਾਂ ਮਨਸੂਰ ਆਪਣੀ ਭੈਣ ਨਾਲ ਬਹੁਤਾ ਪਿਆਰ ਕਰਦਾ, ਪ੍ਰੇਮ ਕਰਦਾ। ਹੋਣਾ ਵੀ ਚਾਹੀਦਾ ਭੈਣ ਭਰਾਵਾਂ ਦਾ ਪ੍ਰੇਮ। ਭੈਣ ਤੇ ਬਿਪਤਾ ਹੋਵੇ ਤੇ ਭਾਈ ਹਰ ਵੇਲੇ ਭੈਣ ਦਾ ਧਿਆਨ ਰੱਖੇ, ਖਿਆਲ ਰੱਖੇ, ਤੇ ਭੈਣ ਦਾ ਵੀ ਫਰਜ਼ ਆ ਕਿ ਭਾਈ ਦੀ ਲਾਜ ਪੱਤ ਰੱਖੇ, ਪਰਿਵਾਰ ਦੀ ਇੱਜ਼ਤ ਰੱਖੇ। ਤੋ ਆਪਸ ਦਾ ਜਿਹੜਾ ਭਾਈਆਂ ਦਾ ਭੈਣਾਂ ਦਾ ਪ੍ਰੇਮ ਹੈ, ਇਹ ਮੁੱਖ ਹੈ ਪਰਿਵਾਰ ਦੇ ਵਿੱਚੋਂ। ਇਹਦੇ ਵਾਸਤੇ ਆਪਾਂ ਦੇਖਦੇ ਹਾਂ ਰਕਸ਼ਾ ਬੰਧਨ, ਰੱਖੜੀ ਦਾ ਤਿਉਹਾਰ ਸਪੈਸ਼ਲ ਬਣਿਆ ਹੋਇਆ, ਭੈਣ ਭਾਈਆਂ ਦਾ ਪ੍ਰੇਮ ਦਾ ਪ੍ਰਤੀਕ। ਤੇ ਸਾਈਂ ਮਨਸੂਰ ਆਪਣੀ ਭੈਣ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ, ਅਨਲ ਹੱਕ, ਅਨਲ ਹੱਕ। ਲੋਕਾਂ ਨੇ ਦੇਖਿਆ ਵੀ ਇਹ ਪਾਗਲ ਹੋ ਗਿਆ, ਆਪਣੀ ਭੈਣ ਦਾ ਨਾਮ ਲਈ ਜਾਂਦਾ ਹੈ, ਇਹ ਤਾਂ ਕਾਫਰ ਹੋ ਗਿਆ। ਤੇ ਨਾਮ ਇਸ ਤਰੀਕੇ ਰਸਨਾ ਤੇ ਚੜ ਗਿਆ, ਜ਼ੁਬਾਨ ਤੇ ਚੜ ਗਿਆ। ਹੁਣ ਸੁੱਤਾ
ਜਾਗਦਾ, ਉੱਠਦਾ, ਬਹਿੰਦਾ, ਤੁਰਦਾ, ਫਿਰਦਾ, ਵਿਚਰਦਾ, ਕੰਮਕਾਰ ਕਰਦਾ, ਅਨਲ ਹੱਕ ਜਪੀ ਜਾਂਦਾ ਹੈ। ਪਿੰਡ ਮਹੱਲੇ ਵਾਲੇ ਹੈਰਾਨ ਨੇ, ਪਰੇਸ਼ਾਨ ਨੇ ਵੀ ਇਹਨੂੰ ਹੋ ਕੀ ਗਿਆ, ਪਾਗਲ ਹੋ ਗਿਆ। ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਜੇ ਨਾ, ਬਾਣੀ ਜਿਹੜਾ ਬਹੁਤੀ ਪੜ੍ਹੇ, ਬਹੁਤਾ ਕਹਿ ਦਈਏ ਗੁਰੂ ਦੇ ਪਿਆਰ ਦੇ ਵਿੱਚ ਸੇਵਾ ਤੇ ਸਿਮਰਨ ਕਰੇ, ਇਹ ਲੋਕਾਂ ਦਾ ਸੁਭਾਅ ਏ। ਉਹਨੂੰ ਦੁਨੀਆ ਕਾਫਰ ਆਖਦੀ, ਦੁਨੀਆ ਕਾਫਰ ਆਖਦੀ, ਦੁਨੀਆ ਕਾਫਰ ਆਖਦੀ, ਦੁਨੀਆ ਕਾਫਰ ਆਖਦੀ, ਦੁਨੀਆ ਉਹਨੂੰ ਦੁਨੀਆ ਪਾਗਲ ਕਹਿੰਦੀ ਐ, ਦੁਨੀਆ ਪਾਗਲ ਕਹਿੰਦੀ ਐ, ਦੁਨੀਆ ਪਾਗਲ ਕਹਿੰਦੀ ਐ, ਦੁਨੀਆ ਪਾਗਲ ਕਹਿੰਦੀ ਐ। ਤੇਰੇ ਨਾਮ دیਵਾਨੇ ਜਿਹੜੇ ਦੁਨੀਆ ਪਾਗਲ ਕਹਿੰਦੀ ਐ, ਤੇਰੇ ਨਾਮ دیਵਾਨੇ ਜਿਹੜੇ ਦੁਨੀਆ ਪਾਗਲ ਕਹਿੰਦੀ ਐ, ਤੇਰੇ ਨਾਮ دیਵਾਨੇ ਜਿਹੜੇ ਦੁਨੀਆ ਪਾਗਲ ਕਹਿੰਦੀ ਐ, ਨਾਮ دیਵਾਨੇ ਜਿਹੜੇ ਦੁਨੀਆ ਪਾਗਲ ਕਹਿੰਦੀ ਐ, ਤੇਰੇ ਨਾਮ। ਬੀਬੀਆਂ ਬੋਲ, ਦੁਨੀਆ ਪਾਗਲ ਕਹਿੰਦੀ ਐ, ਦੁਨੀਆ ਪਾਗਲ ਕਹਿੰਦੀ ਐ, ਦੁਨੀਆ ਪਾਗਲ ਕਹਿੰਦੀ ਐ, ਦੁਨੀਆ ਕਾਫਰ ਕਹਿੰਦੀ ਐ, ਦੁਨੀਆ ਪਾਗਲ ਕਹਿੰਦੀ ਐ। ਜਿਹੜੇ ਨਾਮ ਦੇ دیਵਾਨੇ, ਨਾਮ ਦੇ ਵਿੱਚ ਜਿਹੜੇ ਮਸਤ ਹੋ ਗਏ, ਲੋਕਾਂ ਦਾ ਸੁਭਾਅ ਹੈ। ਕੱਲ ਵੀ ਪੜਿਆ ਸੀ, ਸੁਣਦੇ ਆ, ਲੋਗੀ ਅਣਜਾਣ ਮੁੱਲ ਪਾਮ ਦੇ ਪਖੰਡੀਆਂ ਦਾ, ਬਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ। ਫਕਰਾਂ ਨੂੰ ਸਮਝਣ ਵਾਲਾ ਕੋਈ ਕੋਈ ਹੈ ਭਾਗਾਂ ਵਾਲਾ, ਵਰਨਾ ਲੋਕਾਂ ਨੂੰ ਲੱਗਦਾ ਵੀ ਇਹ ਤਾਂ ਪਾਗਲ ਨੇ, ਇਹ ਤਾਂ ਵਿਹਲੇ ਆ, ਇਹ ਤਾਂ ਐਵੇਂ ਹੀ ਤੁਰੇ ਫਿਰਦੇ ਨੇ। ਤੇ ਹੁਣ ਲੋਕਾਂ ਨੇ ਦੇਖਿਆ ਵੀ ਇਹ ਤਾਂ ਕਾਫਰ ਹੋ ਗਿਆ। ਤੇ ਜਿਹੜੇ ਸਰਈਅਤ ਲੋਕ ਨੇ, ਧਰਮੀ ਲੋਕ, ਇਹ ਕਦੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ। ਤੇ ਲੋਕਾਂ ਨੇ ਜਾ ਕੇ ਜਿਹੜੇ ਕਾਜੀ ਹੈ ਉਹਨਾਂ ਕੋਲੇ ਸ਼ਿਕਾਇਤ ਕਰਤੀ, ਸਮੇਂ ਦੇ ਨਵਾਬ ਕੋਲ ਸ਼ਿਕਾਇਤ ਕਰਤੀ ਕਿ ਜੀ ਮਨਸੂਰ ਇਸ ਤਰੀਕੇ ਇਹ ਕਾਫਰ ਹੋ ਗਿਆ, ਇਹ ਆਪਣੀ ਭੈਣ ਦਾ ਨਾਮ ਹੀ ਜਪੀ ਜਾਂਦਾ ਹੈ। ਹੁਣ ਬਾਦਸ਼ਾਹ ਨੇ, ਨਵਾਬ ਨੇ ਹੁਕਮ ਕਰਤਾ ਵੀ ਇਹ ਝੱਲਾ ਹੋ ਗਿਆ, ਪਾਗਲ ਹੋ ਗਿਆ, ਕਾਫਰ ਹੋ ਗਿਆ, ਤੇ ਇਉਂ ਕਰੋ ਵੀ ਇਹਦੇ ਹੁਣ 2-2 ਇੱਟਾਂ, 2-2 ਰੋੜੇ, 2-2 ਪੱਥਰ ਜੋ ਤੁਹਾਡੇ ਹੱਥ ਵਿੱਚ ਆਉਂਦਾ ਹੈ ਇਹਦੇ ਮਾਰੋ। ਸਾਰੇ ਸ਼ਹਿਰ ਨੂੰ ਹੁਕਮ ਕਰਤਾ। ਤੇ ਮਨਸੂਰ ਦੇ 2 ਮਿੱਤਰ ਨੇ, ਇੱਕ ਤਾਂ ਹੈ ਸਿਬਲੀ, ਇੱਕ ਹੈ ਸੈਯਦ। ਇਹ 2 ਦੇ ਮਿੱਤਰ ਸੀ। ਆਪਾਂ ਬਚਨ ਪੜ੍ਹਿਆ ਨਾ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ ਮਿੱਤਰ ਅਸਾਡੜੇ ਸਈ। ਇਹ ਦੋਵੇਂ ਜਾਣਦੇ ਨੇ ਮਨਸੂਰ ਦੀ ਅਵਸਥਾ ਨੂੰ, ਤੇ ਦੋਵਾਂ ਦੀ ਬੰਦਗੀ ਬਹੁਤੀ ਹੈ। ਦੋਵੇਂ ਭਗਵਾਨ ਕਹਿ ਦਈਏ ਖੁਦਾ ਨਾਲ ਜੁੜੇ ਹੋਏ ਨੇ। ਇੱਕ ਦਿਨ ਮਨਸੂਰ ਦਾ ਮਿੱਤਰ ਮਨਸੂਰ ਨੂੰ ਪੁੱਛਦਾ ਕਿ ਮਨਸੂਰਾ, ਮੈਨੂੰ ਇਉਂ ਦੱਸ ਵੀ ਮੇਰੇ ਕੁਝ ਸਵਾਲ ਨੇ, ਤੂੰ ਸਵਾਲਾਂ ਦਾ ਜਵਾਬ ਦੇ। ਮਨਸੂਰ ਕਹਿੰਦਾ ਵੀ ਪੁੱਛ। ਕਹਿੰਦਾ ਵੀ ਇਉਂ ਦੱਸ ਕਿ ਦਾਨ ਪੁੰਨ ਤਾਂ ਬਹੁਤੇ ਲੋਕ ਕਰਦੇ ਨੇ, ਦਾਨ ਦੀ ਹੱਦ ਕੀ ਹੈ, ਵੀ ਲੋਕ ਕਿੱਥੋਂ ਤੱਕ ਦਾਨ ਕਰ ਸਕਦੇ ਆ। ਹੁਣ ਦਾਨ ਵੀ ਉਹੀ ਕਰੇਗਾ ਨਾ ਜਿਹਦੇ ਕੋਲੇ ਕੁਝ ਹੈ। ਜਿਹਦੀ ਜੇਬ ਦੇ ਵਿੱਚ 100 ਰੁਪਈਆ, ਜੇ ਉਹ 10 ਰੁਪਈਏ ਦਾਨ ਕਰ ਦੂ ਤੇ 90 ਤਾਂ ਬਚ ਹੀ ਗਏ ਨਾ। ਹੁਣ ਜੇ 100 ਵਾਲਾ ਸੋਚੇ ਵੀ ਮੈਂ 100 ਦਾ ਹੀ ਮੱਥਾ ਟੇਕਦਾ ਤੇ ਮੇਰਾ ਬਟੂਆ ਹੋ ਜਾਣਾ ਖਾਲੀ, ਮੁੜ ਕੇ ਫਿਰ ਮੈਂ ਕੀ ਕਰੂੰ। ਉਹ ਤਾਂ ਦਾਨ ਦੀ ਫਿਰ ਕਹਿ ਦਈਏ ਭਾਵਨਾ ਖਤਮ ਹੋ ਗਈ ਉਹਦੇ ਅੰਦਰੋਂ। ਹੁਣ ਜਿਹਦੇ ਕੋਲੇ 1 ਰੁਪਈਆ, ਜੇ 1 ਰੁਪਈਏ ਦਾ ਮੱਥਾ ਟੇਕਦਾ, ਪਿੱਛੇ ਕੀ ਰਹਿ ਗਿਆ।
100 ਵਾਲੇ ਨੇ 100 ਦਾ ਟੇਕਤਾ, ਲੱਖ ਵਾਲਾ ਤਾਂ ਰੱਬ ਦਾ ਨਾਮ ਹੀ ਅੱਜ ਕੱਲ। ਦਾਨ ਦੀ ਹੱਦ, ਹੱਥ ਵਿੱਚ 4 ਪ੍ਰਸ਼ਾਦੇ ਬੰਦਾ ਲਈ ਬੈਠਾ, ਜੇ ਕੋਈ ਭਿਖਾਰੀ ਗਰੀਬ ਆ ਗਿਆ, ਭੁੱਖਾ ਆ ਗਿਆ, ਤੇ 1-2 ਪ੍ਰਸ਼ਾਦੇ ਵਿੱਚੋਂ ਦੇ ਤੇ 2 ਬਚ ਗਏ, ਬੰਦਾ ਕਹਿੰਦਾ ਵੀ ਚੱਲ 2 ਇਹਨੂੰ ਦੇ ਦੇਣਾ, 2 ਮੈਂ ਛਕ ਲੂੰਗਾ, ਫਿਰ ਵੀ ਗੱਲ ਬਣਦੀ ਹੈ। ਜੇ ਹੁਣ ਬੰਦਾ 4 ਹੀ ਪ੍ਰਸ਼ਾਦੇ ਦੇ ਦੇ ਤੇ ਸੋਚੇ ਵੀ ਜੇ ਇਹਨੂੰ 4 ਦੇਤੇ ਤੇ ਮੇਰਾ ਕੀ ਬਣੂ, ਮੈਂ ਭੁੱਖਾ ਰਹਿ ਜਾਣਾ ਹੈ। ਤੋ ਮਨਸੂਰ ਹੈ ਜਿਹੜਾ, ਇਹਨੂੰ ਤਕਰੀਬਨ 1 ਸਾਲ ਦੀ ਇਹਦੀ ਬੰਦਗੀ ਤਪੱਸਿਆ ਤੋਂ ਖੁਸ਼ ਹੋ ਕੇ ਅਕਾਲ ਪੁਰਖ ਨੇ, ਖੁਦਾ ਨੇ 1 ਪ੍ਰਸ਼ਾਦਾ ਦਿੱਤਾ। ਇੰਨਾ ਲੰਮਾ ਸਮਾਂ ਭੋਜਨ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਛਕਿਆ, ਤੇ ਭਗਵਾਨ ਨੇ ਖੁਸ਼ ਹੋ ਕੇ ਉਹਨੂੰ 1 ਪ੍ਰਸ਼ਾਦਾ ਦਿੱਤਾ। ਉਹਨੇ ਕਿੰਨਾ ਸਮਾਂ ਉਹ ਪ੍ਰਸ਼ਾਦੇ ਨੂੰ ਮੱਥੇ ਨੂੰ ਲਾ ਕੇ ਸ਼ੁਕਰਾਨਾ ਕਰਦਾ ਰਿਹਾ ਤੇ ਆਪਣੇ ਝੋਲੇ 'ਚ ਪਾ ਕੇ ਰੱਖੇ। ਹੁਣ ਜਦੋਂ ਮਿੱਤਰ ਨੇ ਪੁੱਛਿਆ ਵੀ ਮਨਸੂਰਾ ਦੱਸ ਦਾਨ ਦੀ ਹੱਦ ਕੀ ਹੈ, ਤੇ ਮਨਸੂਰ ਨੇ ਕੱਢ ਕੇ ਪ੍ਰਸ਼ਾਦਾ ਆਪਣੇ ਮਿੱਤਰ ਦੇ ਹੱਥ ਤੇ ਰੱਖਤਾ, ਲੈ ਵੀ ਛਕ ਲਾ ਤੂੰ। ਮਿੱਤਰ ਨੇ ਛਕ ਲਿਆ, ਕਹਿੰਦਾ ਦੇ ਜਵਾਬ। ਮਨਸੂਰ ਕਹਿੰਦਾ ਵੀ ਜਵਾਬ ਇਹੀ ਆ ਵੀ ਮੈਨੂੰ 1 ਸਾਲ ਬਾਅਦ 1 ਪ੍ਰਸ਼ਾਦਾ ਜੁੜਿਆ, ਉਹ ਵੀ ਮੈਂ ਤੈਨੂੰ ਦਾਨ ਕਰਤਾ, ਮੇਰੇ ਕੋਲ ਰਿਹਾ ਹੀ ਕੁਝ ਨਹੀਂ। ਤੇ ਮਿੱਤਰ ਕਹਿੰਦਾ ਫਿਰ ਤੂੰ ਛਕ ਲੈਂਦਾ, ਅੱਧਾ ਮੈਨੂੰ ਦੇ ਦਿੰਦਾ, ਅੱਧਾ ਤੂੰ ਛਕਦਾ। ਤੇ ਮਨਸੂਰ ਦੀ ਅਵਸਥਾ ਨਾਮ ਜਪ ਕੇ ਬੰਦਗੀ ਕਰਕੇ ਇਹੋ ਜਿਹੀ ਬਣ ਗਈ, ਉਹਨੂੰ ਪਤਾ ਲੱਗ ਗਿਆ ਕਿ ਮੈਂ ਕਦੋਂ ਕਿੱਥੇ ਤੇ ਕਿਵੇਂ ਮਰਨਾ, ਕਿਆ ਜਾਣਾ ਕਿਵ ਮਰਹਾਂਗੇ ਕੈਸਾ ਮਰਨਾ ਹੋਏ, ਵੀ ਕੀ ਪਤਾ ਕਦੋਂ ਤੇ ਕਿੱਥੇ ਮਰਾਂਗੇ। ਇਹ ਗੁੱਝੇ ਭੇਦ ਮਨਸੂਰ ਨੂੰ ਸਮਝ ਵਿੱਚ ਆ ਗਏ ਵੀ ਮੈਂ ਤਾਂ ਥੋੜ੍ਹੇ ਦਿਨਾਂ ਤੱਕ ਮਰ ਜਾਣਾ, ਫਿਰ ਇਹ ਸਰੀਰ ਨੂੰ ਭੋਜਨ ਖਿਲਾ ਕੇ, ਖੁਰਾਕ ਖਿਲਾ ਕੇ ਲੈਣਾ ਕੀ ਆ, ਮਰ ਤਾਂ ਜਾਣਾ ਹੀ ਹੈ। ਹੁਣ ਜਿਹੜੇ ਬੰਦੇ ਨੂੰ ਇਹ ਮਰਨਾ ਚੇਤੇ ਆ ਜੇ, ਵੀ ਪੱਕਾ ਹੀ ਹੋ ਜੇ ਵੀ ਹਾਂ ਮੈਂ ਤਾਂ ਮਰ ਹੀ ਜਾਣਾ, ਇੰਨੇ ਕੁ ਦਿਨ ਮੇਰੇ ਰਹਿ ਗਏ, ਉਹਨੂੰ ਰੋਟੀ ਪਾਣੀ ਕਿਤੇ ਚੰਗਾ ਲੱਗਦਾ ਹੈ। ਉਹਦੇ ਮੂਹਰੇ ਤੁਸੀਂ ਮਖਮਲੀ ਕੱਪੜੇ ਲਿਆ ਕੇ ਨਾ ਵਧੀਆ ਪੈਂਟ ਕੋਟ ਸਮਾ ਕੇ ਦੇ ਦਿਓ, ਲੈ ਵੀ ਪਾ ਲਾ। ਹੁਣ ਜਿਹਨੂੰ ਮੌਤ ਜਿਹਦੀ ਨੇੜੇ ਆ, ਉਹਨੂੰ ਕੱਪੜੇ ਕਿਤੇ ਚੰਗੇ ਲੱਗਣਗੇ? 36 ਪ੍ਰਕਾਰ ਦੇ ਭੋਜਨ ਲਿਆ ਕੇ ਸਾਹਮਣੇ ਰੱਖ ਦਿਓ, ਜਿਹਨੂੰ ਪਤਾ ਮੈਂ ਮਰ ਜਾਣਾ ਥੋੜ੍ਹੇ ਸਮੇਂ ਨੂੰ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਉਹਨੂੰ ਘਰ ਪਰਿਵਾਰ ਚੰਗਾ ਨਹੀਂ ਲੱਗਦਾ, ਉਹ ਤਾਂ ਫਿਕਰ 'ਚ ਹੀ ਪੈ ਜਾਂਦਾ ਵੀ ਮਨਾ ਤੈ ਤਾਂ ਸੰਸਾਰ ਵਿੱਚ ਰਹਿ ਕੇ ਚੰਗਾ ਕੰਮ ਕੀਤਾ ਹੀ ਨਹੀਂ, ਫਿਰ ਪਛਤਾਉਂਦਾ ਅੰਤ ਵੇਲੇ। ਤੇ ਮਨਸੂਰ ਅਵਸਥਾ ਮਿਲ ਗਈ ਇਹੋ ਜਿਹੀ ਬ੍ਰਹਮ ਗਿਆਨ ਦੀ, 3 ਕਾਲਾਂ ਦੀ ਸੋਝੀ ਰੱਖਦਾ ਕਿ ਮਨਾ ਮੈਂ ਤਾਂ ਭਾਈ ਮਿੱਤਰਾ ਮਰ ਜਾਣਾ ਇੱਕ ਦਿਨ, ਫਿਰ ਮੈਂ ਭੋਜਨ ਛਕ ਕੇ ਲੈਣਾ ਕੀ ਆ, ਇਸ ਕਰਕੇ ਦਾਨ ਕਰਤਾ ਤੈਨੂੰ। ਇਹ ਦਾਨ ਦੀ ਹੱਦ ਹੈ ਕਿ ਇਹ ਦਾਨ ਕਰਨ ਤੋਂ ਬਾਅਦ ਮੇਰੇ ਪੱਲੇ ਕੱਖ ਨਹੀਂ ਹੈ। ਫਿਰ ਕਹਿੰਦਾ ਦੱਸ ਤਿਆਗ ਦੀ ਹੱਦ ਕੀ ਆ, ਵੀ ਤਿਆਗ ਕੋਈ ਕਿਸੇ ਤਰੀਕੇ ਨਾਲ ਕਰ ਸਕਦਾ, ਕੋਈ ਮਾਇਆ ਤਿਆਗ ਦੇਗਾ, ਕੋਈ ਥੋੜ੍ਹੀ ਬਹੁਤੀ ਜ਼ਮੀਨ ਦਾ ਤਿਆਗ ਕਰ ਦੂਗਾ, ਵੀ ਦੱਸ ਤਿਆਗ ਦੀ ਹੱਦ ਕੀ ਹੈ। ਤੇ ਮਨਸੂਰ ਲੰਮਾ ਪੈ ਗਿਆ, ਸਵਾਸ ਚੜਾ ਲੇ। ਦੋਸਤ ਦੇਖਦਾ ਵੀ ਇਹ ਤਾਂ ਮਰ ਗਿਆ, ਇਹ ਤਾਂ ਨਬਜ਼ਾਂ ਰੁਕ ਗਈਆਂ ਮਨਸੂਰ ਦੀਆਂ। ਦੋਸਤ ਰੋਵੇ ਧਾਹਾਂ ਮਾਰੇ, ਤੇ ਮਨਸੂਰ ਕੁਝ ਮਿੰਟਾਂ ਬਾਅਦ ਉੱਠ ਕੇ ਦੁਬਾਰੇ ਬਹਿ ਗਿਆ। ਦੋਸਤ ਪੁੱਛਦਾ ਵੀ ਇਹ ਕੀ ਆ, ਤੇ ਮਨਸੂਰ ਕਹਿੰਦਾ ਵੀ ਇਹ ਤਿਆਗ ਦੀ ਹੱਦ ਹੈ। ਰੱਬ ਦਾ ਪਿਆਰਾ ਮੋਹ ਧਨ ਪਦਾਰਥਾਂ ਦਾ ਨਹੀਂ ਰੱਖਦਾ, ਮਾਇਆ ਤਾਂ ਤਿਆਗ ਹੀ ਦਿੰਦਾ ਹੈ। ਤੇ ਲੋੜ ਪਵੇ ਗੁਰੂ ਦੇ ਪਿਆਰ ਦੇ ਵਿੱਚ, ਖੁਦਾ ਪਰਮੇਸ਼ਰ ਦੇ ਪਿਆਰ ਵਿੱਚ, ਉਹ ਆਪਣਾ ਸਰੀਰ ਵੀ ਤਿਆਗ ਦਿੰਦਾ ਹੈ। ਇਹ ਤਿਆਗ ਦੀ ਹੱਦ ਹੈ ਕਿ ਆਪਣੀ ਜਾਨ ਵੀ ਕੁਰਬਾਨ ਕਰ ਦੇਵੇ ਗੁਰੂ ਦੇ ਪਿਆਰ ਵਿੱਚ। ਕਹਿੰਦਾ ਅੱਛਾ ਫਿਰ ਇਹ ਦੱਸ ਵੀ ਪ੍ਰੇਮ ਦੀ ਹੱਦ ਕੀ ਹੈ। ਕਹਿੰਦਾ ਵੀ ਇਹ ਤੈਨੂੰ ਮੌਕਾ ਆਉਣ ਤੇ ਸਮਝਾਵਾਂਗੇ। ਹੁਣ ਇੱਧਰੋਂ ਬਾਦਸ਼ਾਹ ਨੇ ਹੁਕਮ ਕਰਤਾ ਵੀ ਇਹ ਕਾਫਰ ਹੈ ਤੇ ਇਹਦੇ ਇੱਟਾਂ ਮਾਰੋ, ਇਹਦੇ ਬੱਟੇ ਮਾਰੋ। ਸਾਰੇ ਰਾਸਤੇ ਵਿੱਚੋਂ ਜਦੋਂ ਮਨਸੂਰ ਲੰਘਿਆ ਜਾਵੇ, ਗਲੀ ਮੁਹੱਲੇ ਵਾਲਾ ਜਿਹੜਾ ਦੇਖੇ ਰਾਜੇ ਦੇ ਹੁਕਮਾਂ ਤੋਂ ਡਰ ਕੇ ਬੱਟੇ ਮਾਰਦੇ ਆ, ਲੋਕ ਪੱਥਰ ਮਾਰਦੇ ਆ, ਪਰ ਮਨਸੂਰ ਨੇ ਪਰਵਾਹ ਨਹੀਂ ਕੀਤੀ। ਜਦੋਂ ਗੱਲ ਆ ਗਈ ਮਿੱਤਰਾਂ ਦੀ, ਮਿੱਤਰ ਆ ਗਏ ਸਾਹਮਣੇ, ਤੇ ਸਿਵਲੀ ਖੜਾ। ਸਿਵਲੀ ਆਖੇ ਵੀ ਜੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਵੀ ਇਹਨੇ ਪੱਥਰ ਨਹੀਂ ਮਾਰਿਆ,
ਤੇ ਮੈਨੂੰ ਸਜ਼ਾ ਮਿਲੇਗੀ। ਤੇ ਹੁਣ ਕਰਾਂ ਤੇ ਕਰਾਂ ਕੀ। ਉਹਨੇ ਫੁੱਲ ਚੱਕਿਆ ਤੇ ਸਿਵਲੀ ਨੇ ਫੁੱਲ ਮਾਰਿਆ। ਵੀ ਲੋਕਾਂ ਨੂੰ ਕਿਹੜਾ ਇੱਥੇ ਕਿਸੇ ਨੂੰ ਪਤਾ ਲੱਗਣਾ ਪੈਂਦੀਆਂ ਦੇ ਵਿੱਚ। ਕਈ ਵਾਰ ਚੋਰ ਫੜੀ ਦਾ ਨਾ ਡਿੱਕੇ ਆ ਜੇ, ਫਿਰ ਉਹ ਬੰਦਾ ਵੀ 2-4 ਘਸੁੰਨ ਜਾੜੀ ਜਾਂਦਾ, 2-4 ਥੱਪੜ ਮਾਰ ਦਿੰਦਾ ਜਿਹਨੇ ਕਦੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਹੁੰਦਾ। ਕਿਤੇ ਇਹੋ ਜਿਹਾ ਬੰਦਾ ਪਕੜਿਆ ਹੋਵੇ ਕਿਸੇ ਮਾੜੇ ਜੁਰਮ ਦੇ ਵਿੱਚ, ਗਲਤ ਹਰਕਤ ਕਰਦਾ ਫੜਿਆ ਗਿਆ, ਫਿਰ ਤਾਂ ਆਉਂਦਾ ਜਾਂਦਾ ਹਰੇਕ ਹੀ ਛਿੱਤਰ ਮਾਰ ਜਾਂਦਾ ਹੈ। ਤੇ ਹੁਣ ਰਾਜੇ ਦਾ ਹੁਕਮ ਸੁਣ ਕੇ ਸਾਰੇ ਡਰੇ ਹੋਏ ਨੇ। ਸਾਰਿਆਂ ਨੇ ਹੁਕਮ ਮੰਨਿਆ ਤੇ ਸਿਵਲੀ ਨੇ ਫੁੱਲ ਮਾਰਿਆ। ਵੀ ਪੈਂਦੀਆਂ 'ਚ ਕਿਹੜਾ ਪਤਾ ਲੱਗਦਾ ਕਿਹਨੇ ਪੱਥਰ ਮਾਰਿਆ ਕਿਹਨੇ ਫੁੱਲ। ਤੇ ਮਨਸੂਰ ਰੋਣ ਲੱਗ ਗਿਆ। ਸਿਵਲੀ ਪੁੱਛਦਾ, ਓਏ ਮਨਸੂਰਾ, ਲੋਕਾਂ ਨੇ ਤੇਰੇ ਪੱਥਰ ਮਾਰੇ, ਬੱਟੇ ਮਾਰੇ, ਉਹਨਾਂ ਦਾ ਤੂੰ ਦੁੱਖ ਨਹੀਂ ਕੀਤਾ, ਉਹਨਾਂ ਦਾ ਤੇਰੇ ਤੇ ਅਸਰ ਨਹੀਂ ਹੋਇਆ। ਭਾਵੇਂ ਤੇਰੇ ਸਰੀਰ ਤੇ ਦੇਖ ਕਿੰਨੀਆਂ ਸੱਟਾਂ ਵੱਜੀਆਂ ਨੇ, ਤੂੰ ਰੋਇਆ ਨਹੀਂ, ਪਰ ਮੇਰੇ ਫੁੱਲ ਮਾਰਨ ਦੇ ਸਾਰ ਹੀ ਤੂੰ ਰੋਣ ਲੱਗ ਗਿਆ ਹੈ। ਗੱਲ ਕੀ ਹੈ? ਮਨਸੂਰ ਕਹਿੰਦਾ ਵੀ ਵੇਖ ਸਿਵਲੀਆ, ਤੇਰੇ ਨਾਲ ਪ੍ਰੇਮ ਹੈ, ਤੇਰੇ ਨਾਲ ਪਿਆਰ ਹੈ। ਤੂੰ ਮੈਨੂੰ ਜਾਣਦਾ, ਮੈਂ ਤੈਨੂੰ ਜਾਣਦਾ, ਤੂੰ ਮੇਰੀ ਅਵਸਥਾ ਨੂੰ ਜਾਣਦਾ, ਮੇਰਾ ਸੁਭਾਅ ਜਾਣਦਾ ਹੈ, ਮੇਰੀ ਚਾਲੀ ਜਾਣਦਾ, ਮੇਰੀ ਮਰਜ਼ਾਦਾ ਨੂੰ ਤੂੰ ਜਾਣਦਾ ਹੈ। ਮੇਰੀ ਤਾਂ ਤੂੰ ਰਗ ਰਗ ਤੋਂ ਵਾਕਿਫ ਹੈ, ਪਰ ਫੇਰ ਵੀ ਤੂੰ ਮੇਰੇ ਫੁੱਲ ਕਿਉਂ ਮਾਰਿਆ? ਤੇਰਾ ਤਾਂ ਫੁੱਲ ਮੈਨੂੰ ਪੱਥਰ ਤੋਂ ਵੀ ਵੱਧ। ਤੇਰੇ ਫੁੱਲ ਹੋਏ ਸਿਵਲੀਆ ਜਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਬਈ ਤੂੰ ਨਾ ਮੇਰੇ ਫੁੱਲ ਮਾਰਦਾ। ਅਸਲੀ ਗੱਲ ਤਾਂ ਹੁੰਦੀ ਵੀ ਤੂੰ ਮੇਰਾ ਮਿੱਤਰ ਤਾਂ ਸੀ ਅਸਲੀ, ਜੇ ਤੂੰ ਪਰਵਾਹ ਨਾ ਕਰਦਾ ਸਮੇਂ ਦੀਆਂ ਸਰਕਾਰਾਂ ਦੀ, ਤੂੰ ਲੋਕਾਂ ਦੀ ਪਰਵਾਹ ਨਾ ਕਰਦਾ, ਮੇਰਾ ਸਾਥ ਦਿੰਦਾ, ਪਰ ਤੂੰ ਵੀ ਮਿੱਤਰਾ ਮੇਰਾ ਸਾਥ ਛੱਡਤਾ। ਅੱਜ ਇਹ ਪ੍ਰੇਮ ਦੀ ਹੱਦ ਖਤਮ ਹੋ ਗਈ। ਤੇ ਤੂੰ ਪੁੱਛਦਾ ਸੀ ਪ੍ਰੇਮ ਦੀ ਹੱਦ ਕੀ ਹੈ, ਤੇ ਤੈਨੂੰ ਮੈਂ ਦੱਸੂ, ਮੈਂ ਦੱਸਾਂਗਾ, ਦਿਖਾਵਾਂਗਾ ਕਿ ਪ੍ਰੇਮ ਦੀ ਹੱਦ ਕੀ ਹੈ। ਮੇਰਾ ਪ੍ਰੇਮ ਹੈ ਖੁਦਾ ਨਾਲ, ਤੇ ਮੈਂ ਨਿਭਾ ਕੇ ਦਿਖਾਵਾਂਗਾ, ਪਰ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ। ਤੇਰੇ ਫੁੱਲ ਓਏ ਸਿਵਲੀਆ ਜਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਫੁੱਲ ਓਏ ਸਿਵਲੀਆ ਜਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਤੇਰੇ ਫੁੱਲ ਸਿਮਲੀਆ ਯਾਰਾ, ਤਿੱਖੇ ਵਾਂਗ ਤਲਵਾਰਾਂ। ਫੁੱਲ ਸਿਮਲੀਆ ਯਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਤੇਰੇ ਫੁੱਲ ਓਏ ਸਿਵਲੀਆ ਜਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਫੁੱਲ ਓਏ ਸਿਵਲੀਆ ਜਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਫੁੱਲ ਸਿਮਲੀਆ ਯਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਫੁੱਲ ਓਏ ਸਿਮਲੀਆ ਯਾਰਾ, ਤਿੱਖੇ ਲੱਗਦੇ ਵਾਂਗ ਤਲਵਾਰਾਂ। ਅੱਜ ਮਨਸੂਰ ਬੈਰਾਗ ਦੇ ਵਿੱਚ ਉਦਾਸ ਹੋ ਗਿਆ ਵੀ ਮੇਰੇ ਮਿੱਤਰ ਨੇ ਮੇਰੇ ਫੁੱਲ ਮਾਰੇ ਆ। ਲੋਕਾਂ ਦੇ ਪੱਥਰਾਂ ਦੀ ਮੈਨੂੰ ਪਰਵਾਹ ਰਤਾ ਨਾ ਹੋਈ। ਸਿਵਲੀਆ ਓਏ ਮਿੱਤਰਾ, ਤੂੰ ਮੇਰੇ ਫੁੱਲ ਮਾਰਿਆ, ਮੇਰੀ ਰੂਹ ਅੰਬਰਾਂ ਤੱਕ ਰੋਈ। ਮੇਰੀ ਤਾਂ ਅੱਜ ਰੂਹ ਵੀ ਰੋਂਦੀ ਐ ਵੀ ਜੇ ਦੁਨੀਆ ਵਿੱਚ ਕਿਸੇ ਨੂੰ ਮੈਂ ਮਿੱਤਰ ਬਣਾਇਆ, ਤੈਨੂੰ ਬਣਾਇਆ ਸਿਵਲੀਆ, ਤੇ ਤੂੰ ਵੀ ਦਗਾ ਦੇ ਗਿਆ, ਤੂੰ ਵੀ ਧੋਖਾ ਦੇ ਗਿਆ, ਤੂੰ ਵੀ ਸਾਥ ਛੱਡ ਗਿਆ। ਇਹਨੂੰ ਕਹਿੰਦੇ ਆ ਨਾਨਕ, ਕੱਚੜਿਆਂ ਸਿਓ ਤੋੜ ਢੂੰਡ ਸੱਜਣ, ਸੰਤ ਪੱਕਿਆਂ ਜਿੱਥੋਂ ਆਪਾਂ ਸ਼ੁਰੂ ਕੀਤਾ ਦੀਵਾਨ। ਦੁਨੀਆ ਵਿੱਚ ਕੋਈ ਲੱਖ ਆਖੇ ਵੀ ਅਸੀਂ ਤੁਹਾਡੇ ਮਿੱਤਰ ਹਾਂ, ਅਸੀਂ ਤੁਹਾਡੇ ਦੋਸਤ ਹਾਂ, ਹਮਦਰਦ ਹਾਂ। ਦੁਨੀਆ ਵਿੱਚ ਲੋਕੀ ਘਰ ਪਰਿਵਾਰ ਵਾਲੇ ਲੱਖ ਆਖਣ,
ਬਈ ਅਸੀਂ ਤੇਰਾ ਸਾਥ ਨਹੀਂ ਛੱਡਦੇ, ਤੇਰੇ ਨਾਲ ਆ ਸਾਰੀ ਜ਼ਿੰਦਗੀ। ਬਹੁਤਾ ਪਿਆਰ ਜਤਾਉਣ ਵਾਲੇ ਇੱਕ ਦਿਨ ਸਾਥ ਬੋਲੋ ਛੱਡ ਜਾਂਦੇ ਆ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਇਹ ਦੁਨੀਆ ਕਿਹੋ ਜੀ ਬਣ ਗਈ, ਇੱਥੇ ਕੋਈ ਮਿੱਤ ਥੋੜਾ, ਕਿਸੇ ਦਾ ਸਖਾ ਥੋੜਾ। ਜਿੰਨਾ ਮਰਜੀ ਕਹੀ ਜਾਈਏ, ਹਾਏ ਮੇਰਾ ਪਿਤਾ, ਹਾਏ ਮੇਰੀ ਮਾਂ, ਹਾਏ ਮੇਰਾ ਭਾਈ, ਹਾਏ ਮੇਰੀ ਭੈਣ, ਹਾਏ ਮੇਰਾ ਧੀ, ਹਾਏ ਮੇਰਾ ਪੁੱਤ, ਲੱਖ ਕਹੀ ਚੱਲੋ, ਪਰ ਇੱਕ ਦਿਨ ਸਾਰਿਆਂ ਨੇ ਸਾਥ ਛੱਡ ਦੇਣਾ। ਸਦਾ ਵਾਸਤੇ ਨਹੀਂ ਸਾਥ ਦਿੰਦੇ। ਇੱਥੇ ਤਾਂ ਲੋਕ ਜਿਉਂਦਿਆਂ ਦਾ ਸਾਥ ਛੱਡ ਦਿੰਦੇ ਆ, ਤੇ ਮਰਿਆਂ ਦਾ ਸਾਥ ਕੌਣ ਦਊਗਾ? ਇੱਥੇ ਤਾਂ ਮੜੀਆਂ 'ਚ ਦੇਖੀਦਾ, ਕਈ ਵਾਰ ਸ਼ਮਸ਼ਾਨ ਘਾਟ 'ਚ ਜਾਈਏ ਨਾ, ਕਿਸੇ ਸੰਸਕਾਰ ਕਰਾਉਣ ਕਿਸੇ ਦਾ, ਔਰ ਰਿਸ਼ਤੇਦਾਰਾਂ ਨੂੰ ਦੇਖੀਦਾ ਡੱਕੇ ਲੱਭਦੇ ਫਿਰਦੇ ਆ। ਡੱਕੇ ਲੱਭਣਗੇ, ਇੱਧਰ ਉੱਧਰ ਦੇਖਣਗੇ ਵੀ ਡੱਕਾ ਮਿਲ ਜੇ ਕਿਤੋਂ, ਫਿਰ ਉਹ ਡੱਕਾ ਤੋੜ ਕੇ ਸੁੱਟ ਦਿੰਦੇ ਨੇ ਇੱਦਾਂ ਵੀ ਲੈ ਵੀ ਜਿਵੇਂ ਡੱਕਾ ਟੁੱਟ ਗਿਆ, ਤੇਰੀ ਮੇਰੀ ਟੁੱਟ ਗਈ, ਅੱਜ ਤੋਂ ਬਾਅਦ ਤੇਰੀ ਮੇਰੀ ਟੁੱਟ ਗਈ, ਸਾਡੀ ਟੁੱਟ ਗਈ। ਟੁੱਟਦਾ ਕੀ ਆ ਜਿਹੜਾ ਕੱਚਾ ਹੋਵੇ, ਪੱਕਾ ਟੁੱਟਦਾ ਥੋੜਾ। ਲੋਹੇ ਦਾ ਪੈਪ ਮਿਲ ਜੇ ਮੜੀਆਂ 'ਚ, ਕਦੇ ਤੋੜ ਕੇ ਦਿਖਾਓ, ਟੁੱਟ ਜੂ, ਕਿਉਂਕਿ ਲੋਹਾ ਪੱਕਾ, ਪਾਈਪ ਪੱਕਾ ਹੁੰਦਾ ਹੈ। ਲੱਕੜ ਹੈ ਕੱਚੀ, ਇਹਨੂੰ ਵੱਢ ਵੀ ਸਕਦੇ ਆ, ਇਹਨੇ ਟੁੱਟ ਵੀ ਜਾਣਾ ਹੱਥਾਂ ਨਾਲ। ਤੇ ਲੋਕ ਡੱਕਾ ਤੋੜ ਕੇ ਆਖਣਗੇ ਲੈ ਵੀ ਤੇਰੀ ਤੇ ਮੇਰੀ ਟੁੱਟ ਗਈ ਅੱਜ ਤੋਂ, ਤੂੰ ਆਪਣੇ ਰਾਹ ਜਾ, ਅਸੀਂ ਆਪਣੇ ਰਾਹ। ਲੋਕ ਡੱਕਾ ਤੋੜ ਕੇ ਮੁੜ ਆਉਂਦੇ ਆ। ਇਹਨੂੰ ਕਹਿੰਦੇ ਆ ਮਹਾਰਾਜ ਨਾਨਕ, ਕੱਚੜਿਆਂ ਸਿਓ ਤੋੜੇ ਕੱਚੇ ਲੋਕ ਨੇ, ਛੱਡ ਦੇ ਖਹਿੜਾ ਇਹਨਾਂ ਦਾ। ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓ ਮਨਾ। ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓਏ ਮਨਾ। ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓਏ ਮਨਾ। ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓਏ ਮਨਾ। ਛੱਡ ਦੁਨੀਆ ਬੋਲੋ ਬੀਬੀਆਂ। ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓਏ ਮਨਾ। ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓ ਮਨਾ। ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓਏ ਮਨਾ। ਤੂੰ ਤਾਂ ਛੱਡ ਦੁਨੀਆ ਦਾ ਖਹਿੜਾ, ਹੋ ਫਕੀਰ ਓਏ ਮਨਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬਾਧਿਓ ਚੀਤ। ਅੰਤ ਕਾਲ ਸੰਗੀ ਨਹਿ ਕੋਊ, ਇਹ ਅਚਰਜ ਹੈ ਰੀਤ। ਅੰਤ ਵੇਲੇ ਤਾਂ ਕੋਈ ਸਾਥ ਨਹੀਂ ਦਿੰਦਾ। ਤੇ ਮਨਸੂਰ ਅੱਜ ਰੋਵੇ, ਓਏ ਦੁਨੀਆ ਵਿੱਚ ਮੈਂ ਕੱਲਾ ਤੈਨੂੰ ਯਾਰ ਬਣਾਇਆ, ਤੈਨੂੰ ਮਿੱਤਰ ਬਣਾਇਆ, ਤੇ ਤੂੰ ਵੀ ਸਾਥ ਛੱਡ ਗਿਆ। ਹੁਣ ਤਾਂ ਮੇਰਾ ਮਿੱਤਰ ਇੱਕੋ ਹੀ ਆ, ਖੁਦਾ। ਤੂੰ ਪੁੱਛਦਾ ਸੀ ਵੀ ਪ੍ਰੇਮ ਦੀ ਹੱਦ ਕੀ ਆ, ਤੈਨੂੰ ਮੈਂ ਦੱਸਾਂਗਾ। ਤੂੰ ਤਾਂ ਪ੍ਰੇਮ ਨਿਭਾ ਨਹੀਂ ਸਕਿਆ, ਤੂੰ ਤਾਂ ਅੱਧ ਵਿਚਾਲੇ ਛੱਡ ਗਿਆ। ਪਰ ਮੇਰਾ ਖੁਦਾ ਬੰਦ ਕਰੀਮ, ਉਹ ਸਦਾ ਸੱਚਾ ਪ੍ਰੇਮ ਕਰਦਾ ਆਪਣੇ ਸੇਵਕ ਨੂੰ। ਤੇ ਮਨਸੂਰ ਲੋਕਾਂ ਦੇ ਬੱਟੇ ਖਾਂਦਾ, ਪੱਥਰ ਖਾਂਦਾ, ਸਰੀਰ ਦੇ ਵਿੱਚੋਂ ਖੂਨ ਵਗਦਾ ਹੈ, ਤੇ ਇੱਥੇ ਬਸ ਨਹੀਂ ਹੋਈ ਵੀ ਪੱਥਰ ਖਾ ਕੇ ਸਰ ਗਿਆ। ਬਾਦਸ਼ਾਹ ਨੇ ਹੁਕਮ ਕਰਤਾ ਵੀ ਅਜੇ ਵੀ ਸੁਧਰਿਆ ਨਹੀਂ, ਅਜੇ ਵੀ ਇਹਨੇ ਨਾਮ ਜਪਣਾ ਨਹੀਂ ਛੱਡਿਆ, ਅਜੇ ਵੀ ਕਾਫਰਾਂ ਵਾਲੀਆਂ ਹਰਕਤਾਂ ਕਰਦਾ, ਇਹਨੂੰ ਸੂਲੀ ਚੜਾ ਦਿਓ।
ਇਹਨੂੰ ਮੌਤ ਦੇ ਘਾਟ ਉਤਾਰ ਦਿਓ। ਹੁਣ ਜਲਾਦ ਤਿਆਰ ਹੋ ਗਏ, ਚਰਾਹੇ ਤੇ ਖੜਾ ਲਿਆ ਮਨਸੂਰ ਨੂੰ, ਜਿਵੇਂ ਇਸਲਾਮ ਦੇ ਵਿੱਚ ਸਜ਼ਾ ਦਿੰਦੇ ਆ। ਅਰਬ ਕੰਟਰੀਆਂ 'ਚ ਚਲੇ ਜਾਓ, ਅੱਜ ਵੀ ਸਾਊਦੀ ਦੇ ਵਿੱਚ, ਦੁਬਈ ਚਲੇ ਜਾਓ, ਜਦੋਂ ਸਜ਼ਾ ਦਿੰਦੇ ਆ ਚਰਾਹੇ 'ਚ ਖੜਾ ਕੇ ਦਿੰਦੇ ਆ। ਕਈਆਂ ਨੂੰ ਫਾਂਸੀ ਤੇ ਚੜਾਉਂਦੇ ਆ, ਗਲ 'ਚ ਰੱਸਾ ਪਾ ਕੇ ਲਮਕਾ ਦਿੰਦੇ ਆ ਚੌਂਕ 'ਚ, ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹਨੇ ਮਾੜਾ ਕੰਮ ਕੀਤਾ ਤੇ ਮਾੜੇ ਕੰਮ ਦੀ ਸਜ਼ਾ ਦੇਤੀ। ਇਸਲਾਮ ਦਾ ਇਹ ਸਜ਼ਾ ਦੇਣ ਦਾ ਪਹਿਲਾਂ ਤੋਂ ਹੀ ਇਸੇ ਤਰੀਕੇ ਨਾਲ ਸਜ਼ਾ ਦਿੰਦੇ ਰਹੇ ਨੇ। ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਚਰਾਹੇ ਦੇ ਵਿੱਚ ਖੜਾ ਕੇ ਮਹਾਰਾਜ ਨੂੰ ਸ਼ਹੀਦ ਕੀਤਾ। ਇਹ ਇਸਲਾਮ ਦੀ ਰੀਤ ਆ। ਇਸਲਾਮ ਦੀ ਸਜ਼ਾ ਦੇ ਅਨੁਸਾਰ ਮਨਸੂਰ ਨੂੰ ਸਜਾ ਕੇ ਇਹਨੂੰ ਚਰਾਹੇ 'ਚ ਖੜਾ ਕੇ ਇਹਨੂੰ ਮੌਤ ਦੇ ਘਾਟ ਉਤਾਰ ਦਿਓ। ਜਲਾਦਾਂ ਨੇ ਕਰ ਲਈ ਤਿਆਰੀ। ਮਨਸੂਰ ਅਨਲ ਹਕ ਜਪਦਾ ਹੈ, ਖੁਦਾ ਨੂੰ ਚੇਤੇ ਕਰਦਾ ਹੈ, ਹਰ ਸਾਹ ਨਾਲ ਕਰਦਾ ਹੈ। ਜਿਨ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੈ। ਭਾਵੇਂ ਕੋਈ ਮੁਸਲਮਾਨ ਹੈ, ਜੇ ਉਹ ਖੁਦਾ ਅੱਲਾ ਅੱਲਾ ਕਰਦਾ ਹੈ, ਹਰ ਸਾਹ ਨਾਲ ਉਹਦਾ ਹਰ ਸਾਹ ਨਾਲ ਨਾਮ ਜਪਣਾ ਪ੍ਰਵਾਨ ਹੈ। ਖੁਦਾ ਨੂੰ, ਅੱਲਾ ਨੂੰ, ਹੈ ਕੋਈ ਪਰਮਾਤਮਾ। ਕੋਈ ਹਿੰਦੂ ਹੈ, ਰਾਮ ਰਾਮ ਕਰਦਾ, ਉਹਦਾ ਰਾਮ ਰਾਮ ਜਪਣਾ ਪ੍ਰਵਾਨ ਹੈ ਜੇ ਦਿਲੋਂ ਕਰਦਾ ਹੈ। ਜੇ ਆਪਣੇ ਵਰਗਾ ਕੋਈ ਸਿੱਖ ਅੰਦਰੋਂ ਦਿਲੋਂ ਭਿੱਜ ਕੇ ਵਾਹਿਗੁਰੂ ਦਾ ਜਾਪ ਜਪਦਾ ਹੈ, ਬਾਣੀ ਪੜ੍ਹਦਾ ਹੈ, ਸੰਗਤ ਕਰਦਾ ਹੈ, ਉਹਦਾ ਸਮਾਂ ਪ੍ਰਵਾਨ ਹੋਏਗਾ ਜੇ ਦਿਲੋਂ ਕਰਦਾ ਹੈ। ਜੇ ਫਾਰਮੈਲਿਟੀ ਕਰਨੀ ਹੈ ਨਾ, ਤੇ ਫਾਰਮੈਲਿਟੀ ਕਿਸੇ ਕੰਮ ਨਹੀਂ ਆਉਂਦੀ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਨਾ ਤਾਂ ਬੱਧਾ ਚੱਟੀ ਦੀ ਸੇਵਾ ਪ੍ਰਵਾਨ ਹੋਣੀ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਇਹ ਤਾਂ ਆਪ ਗਵਾ ਕੇ ਸੇਵਾ ਕਰਨੀ ਪਊਗੀ। ਆਪਣਾ ਆਪ ਗਵਾ ਕੇ ਆਪਣੇ ਆਪ ਨੂੰ ਮਰਿਆ ਹੋਇਆ ਸਮਝਣਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਗੱਲਾਂ ਨਾਲ ਨਹੀਂ ਮਰਿਆ ਜਾਣਾ, ਤੇ ਨਾ ਗੱਲਾਂ ਦੇ ਨਾਲ ਸੱਚਖੰਡ ਮਿਲਣਾ, ਨਾ ਗੱਲਾਂ ਨਾਲ ਸੁੱਖ ਮਿਲਦੇ ਆ। ਗੱਲਾਂ ਜਿੰਨੀਆਂ ਮਰਜ਼ੀ ਇੱਧਰ ਉੱਧਰ ਦੀਆਂ ਕਰੀ ਚੱਲੋ, ਪਰ ਜੇ ਗੱਲਾਂ ਕਰਾਂਗੇ ਪਰਮੇਸ਼ਰ ਦੀਆਂ, ਗੱਲਾਂ ਕਰਾਂਗੇ ਗੁਰੂ ਮਹਾਂਪੁਰਖਾਂ ਦੀਆਂ, ਇਹਨਾਂ ਗੱਲਾਂ ਨੇ ਸਾਨੂੰ ਤਾਰ ਦੇਣਾ। ਬਾਕੀ ਗੱਲਾਂ ਦੇ ਨਾਲ ਕਦੇ ਵੀ ਸੱਚਖੰਡ ਦਾ ਦੇਸ਼ ਨਹੀਂ ਮਿਲਣਾ। ਇਹ ਤਾਂ ਅੰਦਰੋਂ ਭਿੱਜ ਕੇ ਨਾਮ ਜਪਣਾ ਪਏਗਾ। ਮਨਸੂਰ ਜਪਦਾ ਤੇ ਜਲਾਦ ਆਪਣਾ ਕੰਮ ਕਰਦੇ ਆ। ਬਾਹਾਂ ਵੱਢਤੀਆਂ, ਨਾਮ ਨਹੀਂ ਛੱਡਿਆ। ਲੱਤਾਂ ਵੱਢਤੀਆਂ, ਫੇਰ ਜਪੀ ਜਾਂਦਾ ਹੈ ਮਨਸੂਰ। ਇਸੇ ਤਰ੍ਹਾਂ ਹੁਣ ਮਨਸੂਰ ਦਾ ਸਰੀਰ ਦਾ ਟੋਟਾ ਟੋਟਾ ਕਹਿ ਦਈਏ ਕੱਟ ਦਿੱਤਾ। ਇਹੋ ਦੀ ਭੈੜੀ ਸਜ਼ਾ ਲੋਕਾਂ ਦੇ ਸਾਹਮਣੇ ਦਿੱਤੀ, ਤਾਂ ਵੀ ਮਨਸੂਰ ਆਖਰੀ ਸਾਹ ਤੱਕ ਨਾਮ ਜਪਦਾ। ਆਖਰੀ ਸਾਹ ਤੱਕ ਅਨਲ ਹਕ ਕਰਦਾ, ਆਪਣੇ ਸਵਾਸ ਤਿਆਗ ਦਿੰਦਾ ਹੈ। ਇਹ ਪ੍ਰੇਮ ਦੀ ਹੱਦ ਹੈ ਕਿ ਭਾਵੇਂ ਬੰਦ ਕੱਟਿਆ ਜਾਵੇ ਭਾਈ ਮਨੀ ਸਿੰਘ ਵਾਂਗ, ਤੇ ਭਾਈ ਮਨੀ ਸਿੰਘ ਨੇ ਵਾਹਿਗੁਰੂ ਦੀ ਬਾਣੀ ਦਾ ਜਾਪ ਨਹੀਂ ਛੱਡਿਆ। ਟੋਕਰਿਆਂ ਦੇ ਵਿੱਚ ਸਰੀਰ ਪੈ ਗਿਆ ਸੀ ਭਾਈ ਮਨੀ ਸਿੰਘ ਦਾ, ਪਰ ਜਾਪ ਨਹੀਂ ਛੱਡਿਆ। ਭਾਈ ਮਤੀ ਦਾਸ, ਉਹਦੇ ਸਿਰ ਤੇ ਆਰਾ ਚੱਲ ਗਿਆ, ਸਰੀਰ ਦੋ ਫਾੜ, ਪਰ ਜਾਪ ਨਹੀਂ ਛੱਡਿਆ, ਪ੍ਰੇਮ ਨਹੀਂ ਛੱਡਿਆ। ਭਾਵੇਂ ਬੜੇ ਲਾਲਚ ਦਿੱਤੇ ਸਨ ਸਰਕਾਰਾਂ ਨੇ, ਔਰੰਗਜ਼ੇਬ ਨੇ। ਇਹ ਪ੍ਰੇਮ ਦਾ ਸਬੂਤ ਹੈ। ਸਾਚ ਕਹੂੰ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਗੁਰੂ ਨਾਲ ਪ੍ਰੇਮ ਕਰਾਂਗੇ ਨਾ, ਮਹਾਂਪੁਰਖਾਂ ਨਾਲ, ਤੇ ਪ੍ਰਮਾਤਮਾ ਆਪ ਮਿਲ ਜਾਂਦਾ। ਫਿਰ ਆਪ ਸਵਾਰੈ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹਿ, ਸਭ ਜੱਗ ਤੇਰਾ ਹੋਏ। ਪਹਿਲਾਂ ਆਪਣੇ ਆਪ ਨੂੰ ਸਵਾਰਨਾ ਪੈਣਾ। ਜਿਵੇਂ ਮੂਹਰੇ ਘਰ ਦੇ ਖੜਾ ਦਰਵਾਜ਼ੇ ਤੇ ਦੋਜੀ ਦੁੱਧ ਪਾਉਣ ਵਾਲਾ, ਘਰ ਦੀ ਗੇਟ ਦੀ ਬੈਲ ਖੜਕਾਈ, ਗੇਟ ਖੜਕਾਇਆ, ਆ ਜਾਓ ਭਾਈ ਦੁੱਧ ਪਾ ਲਓ। ਮੁੜ ਕੇ ਭਾਂਡੇ ਸਾਰੇ ਲਿਬੜੇ ਪਏ ਆ।
ਤੇ ਘਰ ਵਾਲਾ ਫਿਰ ਸੋਚਦਾ ਜਿਹਨੇ ਦੁੱਧ ਪਵਾਉਣਾ, ਮਾਈ ਬੀਬੀ ਸੋਚਦੀ ਆ ਵੀ ਭਾਂਡੇ ਤਾਂ ਮਾਂਜੇ ਨਹੀਂ, ਕਿਹੜੇ ਭਾਂਡੇ 'ਚ ਦੁੱਧ ਪਵਾਵਾਂ ਹੁਣ। ਖਰਾਬ ਭਾਂਡੇ ਵਿੱਚ, ਕਿਸੇ ਦਾਲ ਸਬਜ਼ੀ ਵਾਲੇ ਭਾਂਡੇ ਵਿੱਚ ਦੁੱਧ ਥੋੜਾ ਪੈਂਦਾ ਹੁੰਦਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੈ ਕੋ ਜਾਵੋ। ਜਿਵੇਂ ਭਾਂਡੇ ਵਿੱਚ ਦੁੱਧ ਪਵਾਉਣ ਵਾਸਤੇ ਭਾਂਡੇ ਨੂੰ ਸਾਫ਼ ਕਰਨਾ ਜ਼ਰੂਰੀ ਹੈ, ਇਸੇ ਤਰ੍ਹਾਂ ਗੁਰੂ ਦੀ ਕਿਰਪਾ ਲੈਣ ਵਾਸਤੇ ਨਾਮ ਜਪਣਾ ਜ਼ਰੂਰੀ ਹੈ। ਮਨ ਹਿਰਦਾ ਸ਼ੁੱਧ ਕਰਨਾ, ਸਾਫ਼ ਕਰਨਾ ਜ਼ਰੂਰੀ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ। ਕੱਪੜਾ ਮੈਲਾ ਹੋ ਗਿਆ ਸਾਬਣ ਨਾਲ ਧੋ ਲਾਂਗੇ। ਹੁਣ ਤਾਂ ਬੜੀਆਂ ਮਸ਼ਹੂਰੀਆਂ ਚੱਲਦੀਆਂ ਨੇ, ਬੜੇ ਡਿਟਰਜੈਂਟ ਕਹਿ ਲਓ, ਸਰਫ ਸੋਡੇ ਚੱਲਦੇ ਆ, ਤੇ ਬੰਦਾ ਮਹਿੰਗੇ ਤੋਂ ਮਹਿੰਗਾ ਸਰਫ ਲਿਆ ਕੇ ਮਸ਼ੀਨ 'ਚ ਪਾ ਕੇ ਦਿੰਦਾ, ਗੇੜੇ ਕੱਪੜੇ ਨਿਖਰ ਜਾਂਦੇ ਆ। ਤੇ ਜਿਹੜੇ ਵਧੀਆ ਕਹਿ ਦਈਏ ਕੱਪੜੇ ਆ, ਮੈਲੇ ਬਹੁਤੇ ਹੋ ਜਾਂਦੇ ਆ ਕਈ ਵਾਰ, ਉਹਨਾਂ ਨੂੰ ਧੋਣ ਵਾਸਤੇ ਫਿਰ ਬੜੇ ਗੇੜੇ ਦਵਾਉਂਦੇ ਨਾ ਆਪਾਂ, ਇਹ ਕੱਪੜਾ ਸਾਫ਼ ਹੋ ਜੇ। ਮੁੜ ਕੇ ਜਿੰਨਾ ਟਾਈਮ ਉਹ ਦਾਗ ਕੱਪੜੇ ਦਾ ਉਤਰੇ ਨਾ, ਜੇ ਕਿਤੇ ਚਿਕਨਾਹਟ ਵਾਲਾ ਲੱਗ ਜਾਵੇ, ਉਹਨਾਂ ਟਾਈਮ ਆਪਾਂ ਉਹਨੂੰ ਧੋਨੇ ਆ, ਰਗੜਦੇ ਆ, ਬੁਰਸ਼ ਮਾਰਦੇ ਆ, ਫਿਰ ਕਿਤੇ ਜਾ ਕੇ ਤਸੱਲੀ ਹੁੰਦੀ ਆ ਵੀ ਹਾਂ ਕੱਪੜਾ ਹੋ ਗਿਆ ਸਾਫ਼। ਇਸੇ ਤਰ੍ਹਾਂ ਸਾਡਾ ਮਨ ਰੂਪੀ ਜਿਹੜਾ ਭਾਂਡਾ ਨਾ, ਇਹ ਵੀ ਬੜਾ ਕਹਿ ਦਈਏ ਪਾਪਾਂ ਦੇ ਨਾਲ ਭਰਿਆ ਹੋਇਆ। ਭਰੀਐ ਮਤ ਪਾਪਾਂ